ਵਾਹਿਗੁਰੂ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਆਪਾਂ ਸਾਰੀ ਸੰਗਤ ਨੇ ਮਿਲ ਕੇ ਸਤਿਗੁਰੂ ਜਗਤ ਦੇ ਗੁਰੂ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖ ਪੰਥ ਦੇ ਮੋਢੀ ਦੇ ਵਿੱਚ ਬੈਠ ਕੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੀਤੇ ਹੋਏ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਤਾਰੇ ਹੋਏ ਸਤਿਗੁਰੂ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦਾ ਵਿਚਾਰ ਔਰ ਉਹਨਾਂ ਗੁਰਸਿੱਖਾਂ ਦਾ ਵਿਚਾਰ ਜੋ ਹੈ ਅਸੀਂ ਕਰਨਾ ਹੈ ਕਿ ਗੁਰੂ ਦੇ ਨਾਮ ਦੇ ਸਦਕਾ ਜਿਹੜੇ ਆਪਣਾ ਜੀਵਨ ਸਫਲ ਕਰ ਲੈਂਦੇ ਹੈ ਔਰ ਉਹਨਾਂ ਦਾ ਮਨ ਜਿਹੜਾ ਹੈ ਉਹ ਤਪਦਾ ਹੋਇਆ ਹਿਰਦਾ ਜਿਹੜਾ ਹੈ ਉਹ ਸੀਤ ਹੋ ਜਾਂਦਾ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਜਪ ਤਪ ਦੁਆਰਾ, ਨਾਮ ਦੁਆਰਾ, ਅੰਮ੍ਰਿਤ ਨਾਮ ਦੁਆਰਾ ਤੋ ਅੱਜ ਤੋਂ 552 ਸਾਲ ਪਹਿਲਾਂ ਜਦੋਂ ਹਿੰਦੁਸਤਾਨ ਦੇ ਵਿੱਚ ਅੰਧੇਰ ਗਰਦੀ ਵਰਤੀ ਹੋਈ ਸੀ, ਪਾਪ ਜਿਹੜਾ ਹੈ ਉਹ ਆਪਣੇ ਇੰਨੇ ਪੈਰ ਪਸਾਰ ਚੁੱਕਿਆ ਸੀ ਕਿ ਹਰ ਬੰਦਾ ਜਾਬਰਾਂ ਕੋਲੋਂ, ਦੁਸ਼ਟ ਬੰਦਿਆਂ ਕੋਲੋਂ ਦੁਖੀ ਸੀ ਔਰ ਹਰ ਬੰਦਾ ਜਿਹੜਾ ਹੈ ਪਾਪ ਕਰਨ ਦੇ ਰਸਤੇ ਲੱਗਿਆ ਹੋਇਆ ਸੀ। ਤਾਂ ਉਸ ਸਮੇਂ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਤੋਂ 552 ਸਾਲ ਪਹਿਲਾਂ ਅੱਜ ਅਸੀਂ 552ਵਾਂ ਪ੍ਰਕਾਸ਼ ਉਤਸਵ ਜਿਹੜਾ ਹੈ ਗੁਰੂ ਸਾਹਿਬ ਦਾ ਮਨਾ ਰਹੇ ਹਾਂ ਔਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਅੱਜ ਤੋਂ 552 ਸਾਲ ਪਹਿਲਾਂ ਇਸ ਸੰਸਾਰ ਦੇ ਉੱਤੇ ਕਾਲੂ ਰਾਜ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖੋਂ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਏ। ਅਸੀਂ ਕਹਿ ਦਿੰਦੇ ਹਾਂ ਸੰਸਾਰ ਦੇ ਲੋਕ ਕਿ ਮਾਤਾ ਤ੍ਰਿਪਤਾ ਦੀ ਕੁੱਖੋਂ ਪ੍ਰਗਟ ਹੋਏ, ਪਰ ਅਸਲੀਅਤ ਗੱਲ ਇਹ ਹੈ ਕਿ ਗੁਰੂ ਸਾਹਿਬ ਕਹਿੰਦੇ ਆਪਣੀ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਆ, ਭਾਈ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨ ਪਰਿਆ ਰੇ। ਹੁਣ ਸਤਿਗੁਰਾਂ ਦੀ ਗੁਰਬਾਣੀ ਜਿਹੜੀ ਕਿ ਗੁਰਬਾਣੀ ਸੱਚੀ ਹੈ, ਸੱਚੀ ਬਾਣੀ ਹੈ, ਬਾਣੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮ ਪਿਤਾ ਪਰਮਾਤਮਾ ਦੇ ਦੁਆਰੇ ਤੋਂ ਲਿਆ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਰੂਪ ਧਾਰਨ ਕਰਕੇ ਇਹ ਦਰਜ ਕੀਤੀ ਗਈ। ਸਭ ਤੋਂ ਪਹਿਲਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚਖੰਡ ਦੇ ਉੱਤੇ ਬਿਰਾਜਮਾਨ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ, ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ ਪਰਮ ਪਿਤਾ ਪਰਮਾਤਮਾ ਤੋਂ ਅੰਮ੍ਰਿਤ ਨਾਮ ਦੀ ਪ੍ਰਾਪਤੀ ਕੀਤੀ ਔਰ ਸਾਰੀਆਂ ਦੀਆਂ ਸਾਰੀਆਂ ਸ਼ਕਤੀਆਂ ਜਿਹੜੀਆਂ ਸੀ ਉਹ ਪਰਮ ਪਿਤਾ ਪਰਮਾਤਮਾ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਜਾ ਕੇ ਇਹ ਕਹਿ ਦਿੱਤਾ ਕਿ ਭਾਈ ਇਸ ਦਾ ਨਾਮ ਦਾ ਇਹ ਮੂਲ ਮੰਤਰ ਜਿਹੜਾ ਹੈ, ਇਸ ਨਾਮ ਦਾ ਜਾਪ ਕਰਾਓ ਸੰਸਾਰ ਦੇ ਵਿੱਚ ਜਾ ਕੇ, ਔਰ ਜੋ ਇਹ ਜਾਪ ਕਰੇਗਾ ਉਸ ਦਾ ਮਨ ਸੀਤਲ ਹੋ ਜਾਏਗਾ, ਉਸ ਦੇ ਪਾਪ ਕੱਟੇ ਜਾਣਗੇ, ਉਸ ਦਾ ਹਿਰਦਾ ਜਿਹੜਾ ਬਿਲਕੁਲ ਨਿਰਮਲ ਹੋ ਕੇ ਪਰਮ ਪਿਤਾ ਪਰਮਾਤਮਾ ਦੀ ਜੋਤ ਸਰੂਪ ਹੋ ਕੇ ਉਹ ਪਰਮ ਪਿਤਾ ਪਰਮਾਤਮਾ ਦੀ ਜੋਤ ਦੇ ਵਿੱਚ ਵਿਲੀਨ ਹੋ ਜਾਏਗਾ, ਅਭੇਦ ਹੋ ਜਾਏਗਾ, ਮਿਲ ਜਾਏਗਾ, ਪਰਮਾਤਮਾ ਦੇ ਵਿੱਚ ਮਿਲ ਜਾਏਗੀ ਉਹ ਜੋਤ।
ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਪਰਮਪਿਤਾ ਪਰਮਾਤਮਾ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ। ਹੁਣ ਗੁਰੂ ਨਾਨਕ ਦੇਵ ਜੀ ਨੇ ਆ ਕੇ ਅੱਜ ਤੋਂ 500 ਤਕਰੀਬਨ 30-31 ਸਾਲ ਦੀ ਉਮਰ ਸੀ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚਖੰਡ ਦੇ ਉੱਤੇ ਬਿਰਾਜੇ ਹੈ। ਔਰ ਉਦੋਂ ਤੋਂ ਲੈ ਕੇ ਜੋ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਇਸ ਅੰਮ੍ਰਿਤ ਨਾਮ ਦਾ ਪ੍ਰਚਾਰ ਕੀਤਾ ਔਰ ਜੋ ਬਾਣੀ ਗੁਰੂ ਸਾਹਿਬ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਰਮਾਤਮਾ ਵੱਲੋਂ ਆਈ, ਮਰਦਾਨੇ ਨੂੰ ਕਹਿੰਦੇ ਹੁੰਦੇ ਸੀ, ਮਰਦਾਨਿਆਂ ਰਵਾਬ ਵਜਾ ਬਾਣੀ ਆਈ ਹੈ। ਤੇ ਜਦੋਂ ਬਾਣੀ ਆਉਂਦੀ ਸੀ ਉਸ ਬਾਣੀ ਦਾ ਗੁਰੂ ਸਾਹਿਬ ਉਚਾਰਨ ਕਰਦੇ ਸੀ ਔਰ ਨਾਲ ਦੀ ਨਾਲ ਉਹ ਦਰਜ ਕਰ ਲਈ ਜਾਂਦੀ ਸੀ। ਉਹ ਸ਼ਬਦ ਰੂਪ ਜਿਹੜੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਧਾਰਨ ਕਰਕੇ ਇੱਕ ਕਲਿਆਣਕਾਰੀ ਐਸਾ ਗ੍ਰੰਥ, ਗੁਰੂ ਰੂਪ ਗ੍ਰੰਥ ਜਿਹੜਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਸਾਹਿਬ ਦੇ ਵਿੱਚ ਗੁਰਤਾ ਗੱਦੀ ਵੀ ਬਖਸ਼ ਦਿੱਤੀ। ਐਸਾ ਗੁਰੂ ਗ੍ਰੰਥ ਸਾਹਿਬ ਤਿਆਰ ਹੋਇਆ। ਤੋ ਸਾਧ ਸੰਗਤ ਜੀ, ਇਹ ਜੱਗ ਨੂੰ ਧਾਰਨ ਦਾ, ਕਿਉਂਕਿ ਜੱਗ ਜਿਹੜਾ ਸੀ ਪਾਪਾਂ ਦੇ ਨਾਲ ਪਹਿਲਾਂ ਇੰਨਾ ਸੜ ਰਿਹਾ ਸੀ, ਜਲ ਰਿਹਾ ਸੀ ਕਿ ਜਦੋਂ ਸਾਹਿਬ ਸ੍ਰੀ ਗੁਰੂ ਪਰਮਪਿਤਾ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਨੂੰ ਪ੍ਰਿਥਵੀ ਦਿਖਾਈ ਤੇ ਉਦੋਂ ਗੁਰੂ ਨਾਨਕ ਦੇਵ ਜੀ ਨੇ ਪ੍ਰਿਥਵੀ ਦੇਖੀ ਤੇ ਇਹ ਦੇਖਿਆ ਕਿ ਸਾਰਾ ਸੰਸਾਰ ਹੀ ਜਲ ਰਿਹਾ। ਔਰ ਕਾਰਨ ਗੁਰੂ ਨਾਨਕ ਦੇਵ ਜੀ ਨੂੰ ਇਹ ਸਮਝਾਇਆ ਕਿ ਬਾਝ ਗੁਰੂ ਅੰਧੇਰ ਹੈ, ਗੁਰੂ ਦੇ ਬਿਨਾਂ ਅੰਧੇਰ ਹੈ, ਗੁਬਾਰ ਹੈ। ਇਸ ਕਰਕੇ ਕਿਸੇ ਵੀ ਬੰਦੇ ਨੂੰ ਸੱਚ ਦਾ ਰਸਤਾ ਨਜ਼ਰ ਨਹੀਂ ਆ ਰਿਹਾ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸੇ ਕਰਕੇ ਧਰਤੀ ਦਿਖਾਈ ਗਈ ਕਿ ਹੇ ਗੁਰੂ ਨਾਨਕ, ਹੇ ਨਾਨਕ, ਤੈਨੂੰ ਮੈਂ ਗੁਰ ਪਦਵੀ ਦਿੱਤੀ ਹੈ। ਅੱਜ ਤੋਂ ਤੇਰਾ ਨਾਮ ਜਿਹੜਾ ਹੈ ਉਹ ਗੁਰ ਪਰਮੇਸ਼ਰ ਹੈ। ਤੂੰ ਮੇਰਾ ਹੀ ਸਰੂਪ ਹੈ, ਨਿਰੰਕਾਰ ਦਾ ਹੀ ਸਰੂਪ ਹੈ। ਅੱਜ ਤੋਂ ਬਾਅਦ ਤੇਰਾ ਨਾਮ ਜਿਹੜਾ ਹੈ ਉਹ ਗੁਰ ਪਰਮੇਸ਼ਰ ਹੈ। ਉਹ ਮੇਰਾ ਨਾਮ ਪਾਰ ਬ੍ਰਹਮ ਗੁਰ ਪਰਮੇਸ਼ਰ ਹੈ। ਜੋ ਤੂੰ ਕਰੇਗਾ ਉਹ ਮੈਨੂੰ ਮਨਜ਼ੂਰ ਹੋਏਗਾ ਔਰ ਜੋ ਤੂੰ ਮੈਨੂੰ ਕਹੇਗਾ ਮੈਂ ਉਹੀ ਕਰ ਦੂੰਗਾ। ਸਾਰੀਆਂ ਸ਼ਕਤੀਆਂ ਤੈਨੂੰ ਦਿੱਤੀਆਂ, ਜਾ ਕੇ ਸੰਸਾਰ ਦੇ ਵਿੱਚ ਇਸ ਮੂਲ ਮੰਤਰ ਦਾ ਜਾਪ ਕਰਾਓ, ਜਿਹਦੇ ਨਾਲ ਕੀ ਹੈ ਕਿ ਲੋਕਾਂ ਦੇ ਹਿਰਦੇ ਠਰ ਜਾਣ। ਲੋਕ ਤਪ ਰਹੇ ਹੈ, ਜਲ ਰਹੇ ਹੈ, ਸਾਰੀ ਧਰਤੀ ਜਲ ਰਹੀ ਹੈ। ਤੇ ਭਾਈ ਗੁਰਦਾਸ ਜੀ ਨੂੰ ਇਹ ਵਿਚਾਰ ਜਿਹੜਾ ਕੁਛ ਇਸ ਤਰ੍ਹਾਂ ਦਾ ਸਮਝ ਆਇਆ ਔਰ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਵਿੱਚ ਇਹ ਪ੍ਰਗਟ ਕੀਤਾ ਹੈ ਕਿ ਪਹਿਲਾ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਕਮਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸੋ ਬਣਾਈ, ਬਾਬਾ ਪੈਦਾ ਸੱਚਖੰਡ, ਨੌ ਨਿਦ ਨਾਮ ਗਰੀਬੀ ਪਾਈ। ਇੱਥੇ ਭਾਈ ਗੁਰਦਾਸ ਜੀ ਕਹਿ ਰਹੇ ਆ ਕਿ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚਖੰਡ ਦੇ ਉੱਤੇ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਹੋਏ, ਹਾਜ਼ਰ ਹੋਏ ਤੇ ਉੱਥੋਂ ਪਰਮਪਿਤਾ ਪਰਮਾਤਮਾ ਤੋਂ 9 ਨਿਧਾਂ ਦੀ ਭੰਡਾਰੇ ਪ੍ਰਾਪਤ ਕੀਤੇ ਔਰ ਗਰੀਬੀ ਪ੍ਰਾਪਤ ਕੀਤੀ। ਗਰੀਬੀ ਭਾਵ ਨਿਮਰਤਾ। ਫਿਰ ਗੁਰੂ ਸਾਹਿਬ ਨੇ ਕਿਹਾ, ਬਾਬਾ ਭਾਈ ਗੁਰਦਾਸ ਜੀ ਨੇ ਇਹ ਗੱਲ ਕਹੀ ਕਿ ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜ ਗੁਰੂ ਗੋਬਾਰ ਹੈ ਕਰਦੀ ਸੁਣੀ ਲੁਕਾਈ। ਜਦੋਂ ਹੈ ਕਰਦੀ ਕੰਨਾਂ ਦੇ ਵਿੱਚ ਲੁਕਾਈ, ਸਾਰਾ ਸੰਸਾਰ ਜਿਹੜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਿਆ ਤੇ ਗੁਰੂ ਨਾਨਕ ਦੇਵ ਜੀ ਨੂੰ ਜੋ ਪਰਮਾਤਮਾ ਨੇ ਹੁਕਮ ਦਿੱਤਾ ਸੀ ਉਸ ਦੇ ਸਦਕਾ ਫਿਰ ਗੁਰੂ ਨਾਨਕ ਦੇਵ ਜੀ ਨੇ ਵੇਈ ਵਦੀ ਦੇ ਵਿੱਚੋਂ ਨਿਕਲ ਕੇ ਤੇ ਸੰਸਾਰ ਦੇ ਵਿੱਚ ਆ ਕੇ ਉਸ ਨਾਮ ਦਾ ਲੋਕਾਂ ਨੂੰ ਇਹ ਹੁਕਮ ਕੀਤਾ ਕਿ ਭਾਈ ਜਪ ਕਰੋ, ਜਪ। ਤੇ ਨਾਲ ਹੀ ਇੱਕ ਸ਼ਲੋਕ ਹੋਰ ਲਾ ਦਿੱਤਾ, ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਜਿਹੜਾ ਮੂਲ ਮੰਤਰ ਹੈ ਇਹ ਇਸੇ ਦਾ ਹੀ ਸਰੂਪ ਹੈ ਔਰ ਇਸੇ ਦੀ ਹੀ ਵਿਆਖਿਆ ਹੈ ਕਿ ਉਹ ਪਰਮਪਿਤਾ ਪਰਮਾਤਮਾ ਜਿਹੜਾ ਹੈ ਸਦਾ ਸੱਚ ਹੈ। ਆਦ ਸੱਚ, ਸਭ ਤੋਂ ਪਹਿਲਾਂ ਵੀ ਸੱਚ ਸੀ, ਯੁਗਾਂ ਤੋਂ ਪਹਿਲਾਂ ਵੀ ਸੱਚ ਸੀ, ਯੁਗਾਂ ਦੇ ਵਿੱਚ ਵੀ ਸੱਚ ਸੀ ਔਰ ਅੱਗੇ ਵੀ ਸੱਚ ਰਹੇਗਾ। ਨਾਨਕ ਹੋਸੀ ਭੀ ਸੱਚ, ਸਦਾ ਸੱਚ ਰਹੇਗਾ ਇਹ। ਤੇ ਇਸ ਕਰਕੇ ਫਿਰ ਗੁਰੂ ਸਾਹਿਬ ਦੇ ਹੁਕਮ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਦੇ ਵਿੱਚ ਆ ਕੇ
ਬਾਬੇ ਭੇਖ ਬਣਾਇਆ ਉਦਾਸੀ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਐਸਾ ਭੇਖ ਬਣਾ ਲਿਆ ਉਦਾਸੀ ਰੂਪ, ਮਤਲਬ ਕਿ ਸੰਸਾਰ ਦੇ ਵਿੱਚ ਸੰਸਾਰ ਨਾਲ ਪਿਆਰ ਨਹੀਂ ਕਰਨਾ ਔਰ ਸਿਰਫ ਪਰਮ ਪਿਤਾ ਪਰਮਾਤਮਾ ਦੀ ਸ਼ਰਨ ਹੋ ਕੇ ਪਰਮਾਤਮਾ ਦੀ ਹੀ ਗੱਲ ਨੂੰ ਸਰਵੋਸ਼ਟ ਮੰਨਣਾ ਔਰ ਪਰਮਾਤਮਾ ਦਾ ਹੀ ਨਾਮ ਪ੍ਰਚਾਰ ਕਰਨਾ ਹੈ, ਪਰਮਾਤਮਾ ਦਾ ਹੀ ਅੰਮ੍ਰਿਤ ਸੰਗਤ ਨੂੰ ਵਰਤਾਉਣਾ ਹੈ, ਜਿਸ ਦੇ ਸਦਕਾ ਸੰਗਤ ਜਿਹੜੀ ਹੈ ਉਹ ਪਾਪਾਂ ਤੋਂ ਰਹਿਤ ਹੋ ਜਾਏਗੀ। ਉਸ ਦੇ ਜਿਹੜੇ ਤਪਦੇ ਹਿਰਦੇ ਹੈ, ਜਿਹੜੀ ਜਲ ਦੀ ਲੁਕਾਈ ਹੈ, ਹਾਏ ਹਾਏ ਕਰਦੀ ਲੁਕਾਈ ਹੈ, ਉਹ ਸੀਤ ਹੋ ਜਾਏਗੀ। ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ 4 ਉਦਾਸੀਆਂ ਦੇ ਵਿੱਚ 5-5 ਸਾਲ ਦੀਆਂ ਤਕਰੀਬਨ ਸਾਰੀਆਂ ਉਦਾਸੀਆਂ 20 ਸਾਲ ਤੱਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਦੇ ਉੱਤੇ ਚੱਕਰ ਲਗਾ ਕੇ ਜਿੱਥੇ ਕਿਤੇ ਕੋਈ ਦੁਖੀਆ ਦੇਖਿਆ, ਜਿੱਥੇ ਕੋਈ ਵੱਡਾ ਦੁਖੀਆ ਦੇਖਿਆ, ਵੱਡਾ ਦਾ ਮਤਲਬ ਕਿ ਆਗੂ ਦੁਖੀਆ, ਜਿਵੇਂ ਸੱਜਣ ਠੱਗ ਵਰਗੇ ਸੀ, ਜਿਵੇਂ ਕੀ ਇਹਦਾ ਨਾਂ ਲੈਂਦੇ ਨੇ ਕੌਡੇ ਰਾਖਸ਼ ਵਰਗੇ ਸੀ, ਜਿਵੇਂ ਭੂਮੀਆਂ ਚੋਰ ਵਰਗੇ ਸੀ, ਇਸ ਤਰ੍ਹਾਂ ਦੇ ਲੋਕਾਂ ਨੂੰ ਜਾ ਜਾ ਕੇ ਜਿਵੇਂ ਇੱਕ ਮਰਦਾਨੇ ਨੂੰ ਬੱਕਰਾ ਬਣਾ ਕੇ ਜਾਦੂ ਦੇ ਨਾਲ ਬੰਗਾਲ ਦੇ ਵਿੱਚ ਉਹ ਅਸਲ ਦੇ ਵਿੱਚ ਅਸੀਂ ਉਹਨਾਂ ਨੂੰ ਹੀਜੜੇ ਕਹਿੰਦੇ ਆ, ਪਰ ਉਹਦਾ ਨਾਂ ਸੀ ਨੂਰ ਸ਼ਾਹ ਸੀ ਉਹ ਹੀਜੜੇ। ਪਰ ਉਹਨਾਂ ਦਾ ਕਰਮ ਇਹ ਸੀ ਕਿ ਲੋਕਾਂ ਨੂੰ ਭਰਮ ਪਾ ਕੇ ਤੇ ਉਹਨਾਂ ਨੂੰ ਲੁੱਟਣਾ, ਲੋਕਾਂ ਨੂੰ ਚੱਕਰ 'ਚ ਪਾ ਲਿਆ ਜਾਂਦਾ ਸੀ। ਸੰਗੀਤ ਦੀ ਵਿਦਿਆ ਉਹਨਾਂ ਕੋਲ ਐਸੀ ਸੀ ਕਿ ਸੰਗੀਤ ਦੇ ਨਾਲ ਮੋਹਿਤ ਕਰਕੇ ਉਹਨਾਂ ਨੂੰ ਆਪਣੇ ਚੱਕਰ 'ਚ ਫਸਾ ਲੈਂਦੇ ਸੀ ਨੂਰ ਸ਼ਾਹ। ਔਰ ਇਹ ਐਸੇ ਨੂਰ ਸ਼ਾਹ ਦਾ ਵੀ ਮਤਲਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲਿਆਣ ਕੀਤਾ। ਤੇ ਫਿਰ ਜਿਹੜੇ ਜਗਿਆਸੂ ਸੀ ਉਹਨਾਂ ਦਾ ਵੀ, ਭਾਈ ਸਾਲਸਰਾਏ, ਅਦਰੱਟਾ ਜੀ, ਹੋਰ ਬਥੇਰੇ ਸੀ, ਭਾਈ ਲਾਲੋ ਜੀ। ਖੋਟੇ ਖਰੇ ਪਰਖੀਅਨ ਸਾਹਿਬ ਕੈ ਦੀਵਾਨ। ਕਹਿੰਦੇ ਵੀ ਇਸ ਸੰਸਾਰ ਦੇ ਵਿੱਚ ਜਿੰਨੀਆਂ ਵੀ ਇਹ ਮਨੁੱਖ ਆਤਮਾਵਾਂ ਪਰਮਾਤਮਾ ਦੇ ਦਰਬਾਰ ਦੇ ਉੱਤੇ ਸਮਾਂ ਪੈ ਕੇ ਜਦੋਂ ਜਾਂਦੀਆਂ, ਜਦੋਂ ਮ੍ਰਿਤੂ ਹੋ ਜਾਂਦੀ ਹੈ ਉਦੋਂ ਦਰਬਾਰ ਦੇ ਵਿੱਚ ਜਾਂਦੀਆਂ, ਤੇ ਗੁਰੂ ਸਾਹਿਬ ਕਹਿੰਦੇ ਵੀ ਉੱਥੇ ਜਿਹੜਾ ਨਾ ਖੋਟੇ ਔਰ ਖਰੇ ਜਿਹੜੇ ਆ ਉਹ ਪਰਖੇ ਜਾਂਦੇ ਆ। ਜਿਹੜੇ ਖਰੇ ਹੁੰਦੇ ਆ ਉਹਨਾਂ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਔਰ ਜਿਹੜੇ ਖੋਟੇ ਹੁੰਦੇ ਆ ਤਾਂ ਦਰਗਾਹ ਦੇ ਵਿੱਚੋਂ ਬਾਹਰ ਸਿੱਟ ਦਿੱਤੇ ਜਾਂਦੇ ਆ, ਭਾਵ 84 ਲੱਖ ਜੂਨੀਆਂ ਦੇ ਵਿੱਚ ਉਹਨਾਂ ਨੂੰ ਪਾ ਦਿੱਤਾ ਜਾਂਦਾ ਹੈ। ਔਰ 84 ਲੱਖ ਜੂਨੀਆਂ ਦਾ ਭੋਗ ਭੋਗਦੇ ਹੋਏ ਉਹ ਮਾਤ ਲੋਕ ਦੇ ਵਿੱਚ ਆ ਕੇ ਆਪਣਾ ਜਿਹੜਾ ਹੈ ਇਹ ਕਰਮ ਭੋਗਦੇ ਆ। ਕਿਉਂਕਿ ਕਰਮ ਭੋਗਣ ਦਾ ਥਾਂ ਜੋ ਜੂਨੀਆਂ ਦਾ ਭੋਗ ਬਣਦਾ ਉਹ ਧਰਮਸਾਲ ਇਹੀ ਹੈ, ਧਰਤੀ। ਇੱਥੇ ਧਰਮ ਵੀ ਹੁੰਦਾ ਹੈ, ਧਰਮ ਦਾ ਨਿਪਟਾਰਾ ਹੁੰਦਾ ਹੈ, ਔਰ ਇੱਥੇ ਪਾਪ ਕਰਮ ਦਾ ਵੀ ਹਿਸਾਬ ਹੁੰਦਾ ਹੈ। ਜੋ ਕੁਛ ਅਸੀਂ ਖੱਟਣਾ ਇਸ ਸਥਾਨ ਤੋਂ, ਇਸ ਧਰਤੀ ਦੇ ਉੱਤੇ, ਇਸ ਮਾਤਲੋਕ ਤੋਂ ਕੱਟਣਾ। ਜੋ ਕਰਮ ਕਰਾਂਗੇ ਉਹ ਪ੍ਰਮਾਤਮਾ ਦੇ ਦੁਆਰੇ ਦੇ ਉੱਤੇ ਜਾ ਕੇ ਪਰਖਿਆ ਜਾਏਗਾ। ਖੋਟੇ ਆ ਬਾਹਰ ਕੱਢ ਦਿੱਤੇ ਜਾਣਗੇ, ਖਰੇ ਆ ਜਿਹੜੇ ਉਹ ਪ੍ਰਮਾਤਮਾ ਦੇ ਚਰਨਾਂ 'ਚ ਵਿਰਾਜਮਾਨ ਹੋ ਜਾਣਗੇ। ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ। ਹੁਣ ਅੱਗੇ ਕਹਿੰਦੇ ਆ ਭਾਈ ਖੋਰੇ ਔਰ ਖੋਟੇ ਹੈ ਕੀ ਚੀਜ਼, ਕਿਹੋ ਜਿਹੇ ਹੁੰਦੇ ਆ, ਕਿਵੇਂ ਹੁੰਦੇ ਆ? ਤੇ ਗੁਰੂ ਸਾਹਿਬ ਕਹਿੰਦੇ ਨਾਵਣ ਚੱਲੇ ਤੀਰਥੀ। ਮਹੱਲਾ ਪਹਿਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਇਹ ਬਾਣੀ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਇੱਕ ਪਾਉ ਲੱਥੀ ਨਾਤਿਆਂ ਦੋਏ ਭਾ ਚੜੀਅਸ ਹੋਰ। ਹੁਣ ਸਾਡੇ ਸੰਸਾਰ ਦੇ ਵਿੱਚ ਅੱਜ ਦੀ ਗੱਲ ਨਹੀਂ ਹੈ, ਅੱਜ ਤੋਂ ਸੈਂਕੜੇ ਸਾਲ, ਹਜ਼ਾਰਾਂ ਸਾਲ ਪਹਿਲਾਂ ਦੀ ਗੱਲ ਕਰ ਲਓ। ਤ੍ਰੇਤਾ ਯੁੱਗ, ਦੁਆਪਰ ਯੁੱਗ ਔਰ ਅੱਜ ਕੱਲ੍ਹ ਯੁੱਗ ਦਾ ਵੀ 5000 ਸਾਲ 5200 ਸਾਲ ਬੀਤ ਚੁੱਕਾ ਹੈ। ਇਸ ਸੰਸਾਰ ਦੇ ਲੋਕ ਕੀ ਕਰਦੇ ਆ? ਕਹਿੰਦੇ ਆ ਜੀ ਅਸੀਂ ਤੀਰਥੀ ਨਹਾ ਕੇ ਆਉਣੇ ਆ, ਸਾਡੇ ਪਾਪ ਜਿਹੜੇ ਆ ਉਹ ਲੈ ਜਾਣਗੇ। ਤੀਰਥਾਂ ਤੇ ਅਸੀਂ ਨਹਾਉਣ ਚੱਲੇ ਆ ਜੀ। ਕੋਈ ਕਿਤੇ ਜਾਂਦਾ, ਇੱਕ ਤੀਰਥ ਬਥੇਰੇ ਹੈ, 68 ਤੀਰਥ ਗਿਣੇ ਜਾਂਦੇ ਆ ਸੰਸਾਰ ਦੇ ਵਿੱਚ। ਔਰ ਸੰਸਾਰ ਦੇ ਲੋਕ ਕੀ ਕਰਦੇ ਆ ਕਿ ਅਸੀਂ ਤੀਰਥ ਨਹਾ ਕੇ ਆਉਣੇ ਆ ਜੀ। ਔਰ ਤੀਰਥ ਨਹਾਤਿਆਂ ਜਿਹੜਾ ਹੈ ਗੁਰੂ ਸਾਹਿਬ
ਦਾ ਹੁਕਮ ਹੈ ਕਿ ਤੀਰਥ ਨਾਤਿਆਂ ਮੈਲ ਨਹੀਂ ਲੈਂਦੀ, ਪਰ ਇਹ ਸੰਸਾਰ ਦੇ ਲੋਕ ਇਹ ਵਿਚਾਰ ਕਰਦੇ ਆ ਕਿ ਸਾਡੀ ਜਿਹੜੀ ਹੈ ਮੈਲ, ਜਿਹੜੀ ਪਾਪ ਹੈ, ਉਹ ਲੈ ਜਾਂਦੇ ਆ। ਕੀ ਕਹਿੰਦੇ ਆ ਗੁਰੂ ਸਾਹਿਬ? ਤੀ ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਮਨ ਜਿਹੜੇ ਆ ਅੰਦਰੋਂ ਬੜੀਆਂ ਬੁਰਾਈਆਂ ਕੀਤੀਆਂ, ਬੜੀਆਂ ਲੋਕਾਂ ਨਾਲ ਧੱਕੇ ਕਰਦੇ ਆ, ਬੜੇ ਬੇਈਮਾਨੀਆਂ ਕਰਦੇ ਆ, ਬੜੇ ਪਾਪ ਕਰਮ ਕਰਦੇ ਆ, ਐਸੇ ਕਰਮ ਕਰਦੇ ਆ ਕਿ ਜਿਹੜੇ ਵਾਜਬ ਨਹੀਂ ਹੁੰਦੇ, ਔਰ ਲੋਕਾਂ ਨਾਲ ਧੱਕਾ ਕੀਤਾ ਜਾਂਦਾ, ਦੋ ਜ਼ੋਰ ਕੀਤਾ ਜਾਂਦਾ, ਲੋਕਾਂ ਤੋਂ ਖੋਇਆ ਜਾਂਦਾ, ਲੋਕਾਂ ਨੂੰ ਲੁੱਟਿਆ ਜਾਂਦਾ, ਲੋਕਾਂ ਨੂੰ ਮਾਰਿਆ ਜਾਂਦਾ। ਐਸੇ ਪਾਪ ਕਰਮ ਅਨੇਕਾਂ ਹੀ ਇਸ ਸੰਸਾਰ ਦੇ ਵਿੱਚ ਪਹਿਲਾਂ ਹੋ ਰਹੇ ਸੀ, ਅੱਜ ਵੀ ਹੋ ਰਹੇ। ਪਰ ਗੁਰੂ ਸਾਹਿਬ ਕਹਿੰਦੇ ਆ ਤਨ ਵੀ ਜਿਹੜੇ ਆ ਉਹ ਸਾਡੇ ਚੋਰ ਹੈ। ਜੇ ਮਨ ਕਿਸੇ ਦੇ ਮਾਰਨ ਨੂੰ ਜਾਂਦਾ ਜਾਂ ਮਨ ਕਿਸੇ ਤੋਂ ਖੋਹਣ ਨੂੰ ਜਾਂਦਾ, ਤੇ ਮਨ ਦੇ ਨਾਲ ਸਾਡਾ ਤਨ ਵੀ ਸਹਿਯੋਗ ਦਿੰਦਾ। ਜੇ ਤਨ ਜਾਂਦਾ ਤੇ ਤਾਂ ਹੀ ਮਨ ਜਾਂਦਾ, ਮਨ ਦੇ ਆਖੇ ਲੱਗਦਾ ਸਾਡਾ ਤਨ ਵੀ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਤਨ ਵੀ ਸਾਡਾ ਚੋਰ। ਜਿੱਥੇ ਮਨ ਖੋਟੇ ਆ ਉੱਥੇ ਤਨ ਵੀ ਚੋਰ ਹੈ, ਇਹ ਤਨ ਵੀ ਪਾਪੀ ਹੈ। ਹੁਣ ਫਿਰ ਗੁਰੂ ਸਾਹਿਬ ਕਹਿੰਦੇ ਫਿਰ ਭਾਈ ਨਾਤਿਆਂ ਕੀ ਹੋਊਗਾ? ਨਾਤਿਆਂ ਕੀ ਹੋਊਗਾ? ਗੁਰੂ ਸਾਹਿਬ ਕਹਿੰਦੇ ਇੱਕ ਭਾਉ ਲੱਥੀ ਨਾਤਿਆਂ। ਇਹ ਤੁਹਾਨੂੰ ਮਹਿਸੂਸ ਹੋ ਗਿਆ ਵੀ ਅਸੀਂ ਇਸ਼ਨਾਨ ਕਰ ਲਿਆ ਤੀਰਥ ਦੇ ਉੱਤੇ, ਸਾਡੇ ਪਾਪ ਲੈ ਗਏ। ਪਰ ਗੁਰੂ ਸਾਹਿਬ ਕਹਿੰਦੇ ਆ ਕਿ ਦੂਈ ਪਾ ਚੜੀਏ ਸਹੋਰ। ਇਹ ਤੁਹਾਨੂੰ ਇਹ ਭੁਲੇਖਾ ਪੈ ਗਿਆ ਕਿ ਅਸੀਂ ਨਾਤੇ ਆ ਤੇ ਸਾਡੀ ਮੈਲ ਲੈ ਗਈ, ਪਾਪਾਂ ਦੀ ਮੈਲ ਲੈ ਗਈ। ਪਰ ਗੁਰੂ ਸਾਹਿਬ ਕਹਿੰਦੇ ਆ ਨਹੀਂ ਭਾਈ, ਇਹ ਤਾਂ ਸਿਰਫ ਸਰੀਰ ਦੀ ਮੈਲ ਲਈ ਹੈ, ਮਨ ਦੀ ਮੈਲ ਨਹੀਂ ਲਈ। ਕਹਿੰਦੇ ਕਿ ਉਹ ਇਹ ਪਾਪ ਕਰਕੇ ਤੁਸੀਂ ਇਹ ਸਮਝਦੇ ਹੋ ਕਿ ਮਤਲਬ ਹੈ ਵੀ ਇਹ ਵੀ ਇੱਕ ਪਾਪ ਹੈ। ਗਲਤ ਨੂੰ ਸਹੀ ਮੰਨ ਲੈਣਾ। ਤੇ ਕਹਿੰਦੇ ਵੀ ਦੂਜੀ ਭਾ ਇੱਕ ਫੇਰ ਤੁਹਾਡੇ ਤੇ ਹੋਰ ਮਤਲਬ ਜਿਹੜੀ ਹੈ ਉਹ ਪਾਪ ਦੀ ਜਿਹੜੀ ਭਾ ਹੈ, ਭਾ ਮਤਲਬ ਭਾ ਕਹਿੰਦੇ ਕਹਿੰਦੇ ਨਾ ਆਪਾਂ ਅੱਗ ਨੂੰ ਕਹਿੰਦੇ ਆ ਵੀ ਇਹਦਾ ਭਾ ਸੇਕ, ਉਹ ਕਹਿੰਦੇ ਤੁਹਾਡੇ ਹੋਰ ਚੜ ਗਈ। ਦੋਏ ਪਾ ਚੜੀਏ ਸਹੋਰ। ਦੂਜੀ ਭਾਵ ਸੰਸਾਰ ਦਾ, ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ, ਇਹ ਪਹਿਲਾ ਭਾਵ ਹੈ। ਔਰ ਜਦੋਂ ਪ੍ਰਮਾਤਮਾ ਨੂੰ ਭੁੱਲ ਕੇ ਸੰਸਾਰ ਦੇ ਵਿੱਚ ਵਿਚਰਨਾ, ਸੰਸਾਰ ਦੀ ਪੂਜਾ ਕਰਨੀ, ਸੰਸਾਰ ਦੀ ਤ੍ਰਿਸ਼ਨਾ ਕਰਨੀ, ਸੰਸਾਰ ਦੀ ਹੀ ਸੇਵਾ ਕਰਨੀ, ਮਾਇਆ ਦੀ ਹੀ ਸੇਵਾ ਕਰਨੀ, ਕੁਟੰਬ ਦੇ ਵਿੱਚ ਖਤਮ ਹੋ ਜਾਣਾ, ਲੋਕਾਂ ਦੀਆਂ ਪਾਪ ਕਰਮਾਂ ਦੀਆਂ ਕਮਾਈਆਂ ਦੇ ਵਿੱਚ ਖਚਤ ਹੋ ਜਾਣਾ, ਉਹਨੂੰ ਕਹਿੰਦੇ ਆ ਦੂਜਾ ਭਾਵ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਦੂਜਾ ਭਾਵ ਤੁਹਾਡੇ ਸਿਰ ਤੇ ਹੋਰ ਚੜ ਗਿਆ, ਤੁਸੀਂ ਪ੍ਰਮਾਤਮਾ ਨੂੰ ਭੁੱਲਣ ਦਾ ਮਤਲਬ ਇੱਕ ਦੋਸ਼ ਖੱਟ ਲਿਆ। ਹੁਣ ਗੁਰੂ ਸਾਹਿਬ ਕਹਿੰਦੇ ਆ ਕਿ ਬਾਹਰ ਧੋਤੀ ਤੂਮੜੀ, ਅੰਦਰ ਵਿਸਨ ਕੋਰ। ਭਾਈ ਤੁਸੀਂ ਤੀਰਥਾਂ ਦੇ ਜਾ ਕੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹੁਣ ਸਾਨੂੰ ਸਮਝਾਉਂਦੇ ਆ, ਤੀਰਥ ਨਾਵਾਂ ਜੇ ਤਿਸ ਪਾਵਾਂ। ਤੀਰਥ ਨਾਵਾਂ ਜੇ ਤਿਸ ਪਾਵਾਂ, ਬਿਨ ਪਾਣੇ ਕੇ ਨਾਏ ਕਰੀ। ਜੇਤੀ ਸਿਰਠ ਉਪਾਈ, ਵੇਖਾ ਬਿਨ ਕਰਮਾਂ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇਕ ਗੁਰ ਕੀ ਸਿੱਖ ਸੁਣੀ। ਭਾਵ ਪਰਮਾਤਮਾ ਦੀ ਗੱਲ ਨੂੰ ਮੰਨਣਾ, ਪਰਮਾਤਮਾ ਨੂੰ ਮੰਨਣਾ, ਪਰਮਾਤਮਾ ਨਾਲ ਪਿਆਰ ਕਰਨਾ, ਇਹ ਪਹਿਲਾ ਭਾਵ ਹੈ। ਤੇ ਜੇ ਗੁਰੂ ਦੀ ਗੱਲ ਨੂੰ ਵੀ ਅਸੀਂ ਸੁਣਦੇ ਹਾਂ, ਗੁਰੂ ਦੀ ਸਿੱਖਿਆ ਨੂੰ ਸੁਣਦੇ ਹਾਂ, ਤੇ ਇਹ ਵੀ ਬਹੁਤ ਕੀਮਤੀ ਹੈ। ਗੁਰੂ ਸਾਹਿਬ ਕਹਿੰਦੇ ਪਰ ਜਿਹੜਾ ਭਾਈ ਤੁਸੀਂ ਬਾਹਰ ਧੋਤੀ ਤੂਮੜੀ, ਅੰਦਰ ਵਿਸਨ ਕੋਰ। ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾ ਚੋਰ। ਹੁਣ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਆ, ਭਾਈ ਤੁਸੀਂ ਤੀਰਥ ਤੇ ਗਏ, ਇਸ਼ਨਾਨ ਕੀਤਾ, ਉੱਪਰਲਾ ਸਰੀਰ, ਇਹ ਤੂੰਬੜੀ ਜਿਹੜੀ ਹੈ, ਇਹ ਸਰੀਰ ਵੀ ਸਾਡਾ ਇੱਕ ਤੂੰਬਾ ਹੈ, ਤੂੰਬੇ ਦਾ ਇਹ ਸਰੂਪ ਹੈ। ਪਰ ਗੁਰੂ ਸਾਹਿਬ ਕਹਿੰਦੇ ਵੀ ਇਹ ਬਾਹਰੋਂ ਤਾਂ ਤੁਸੀਂ ਧੋ ਲਿਆ, ਤੇ ਅੰਦਰਲੇ ਪਾਸੇ ਤਾਂ ਜ਼ਹਿਰ ਤੁਹਾਡੇ ਭਰੀ ਹੋਈ ਹੈ। ਪਾਪਾਂ ਦੇ ਕਰਮਾਂ ਦਾ ਫਲ ਜਿਹੜਾ ਹੈ, ਪਾਪਾਂ ਦੀ ਜ਼ਹਿਰ ਜਿਹੜੀ ਹੈ, ਧੱਕੇ ਦੀ ਜ਼ਹਿਰ ਜਿਹੜੀ ਹੈ, ਤ੍ਰਿਸ਼ਨਾ ਦੀ ਜ਼ਹਿਰ ਜਿਹੜੀ ਹੈ, ਬੇਈਮਾਨੀ ਦੀ ਜ਼ਹਿਰ ਜਿਹੜੀ ਹੈ, ਮੂਰਖਤਾ ਦੀ ਜ਼ਹਿਰ ਜਿਹੜੀ ਹੈ। ਅਸੀਂ ਪਤਾ ਨਹੀਂ ਲੋਕਾਂ ਨਾਲ ਕਿਸ ਤਰ੍ਹਾਂ ਦੇ ਕਰਮ ਕਰਦੇ ਆ ਜਿਹੜੇ ਕਿ ਉਹ ਪਾਪ ਕਰਮ ਬਣ ਜਾਂਦੇ ਆ।
ਤੇ ਉਹਦੀ ਜ਼ਹਿਰ ਭਾਈ ਉਹ ਤਾਂ ਅੰਦਰ ਵਿਸ ਇੰਨੀ ਭਰੀ ਹੋਈ ਹੈ, ਨਕੋਰ ਬਿਲਕੁਲ ਸਾਫ਼, ਪੂਰੀ ਸਿੱਧੀ ਵਿਸ। ਤੇ ਭਾਈ ਉਹ ਨਾਤਿਆਂ ਤਾਂ ਬਾਹਰੋਂ ਸਰੀਰ ਨਾਤਿਆਂ ਤਾਂ ਨਹੀਂ ਲੈਂਦੀ। ਨਦੀ 'ਚ ਤੁਸੀਂ ਟੁੱਬੀ ਲਾਓਗੇ, ਸਰੋਵਰ 'ਚ ਤੁਸੀਂ ਟੁੱਬੀ ਲਾਓਗੇ, ਜਾਂ ਕਿਸੇ ਹੋਰ ਥਾਂ ਦੇ ਉੱਤੇ ਟੁੱਬੀ ਲਾਉਂਦੇ ਹੋ, ਜਿਹੜੇ ਤੀਰਥ ਆਖੇ ਜਾਂਦੇ ਭਾਈ, ਉੱਥੇ ਇਹ ਤੁਹਾਡਾ ਮਨ ਜਿਹੜਾ ਹੈ ਇਹ ਨਹੀਂ ਧੋਤਾ ਜਾਏਗਾ। ਪਰ ਗੁਰੂ ਸਾਹਿਬ ਕਹਿੰਦੇ ਹੈ ਕਿ ਜੇ ਸਾਧ ਭਲੇ ਅਣਨਾਤਿਆਂ, ਜਿਨ੍ਹਾਂ ਨੇ ਪ੍ਰਮਾਤਮਾ ਦੀ ਸ਼ਰਨ ਹੋ ਕੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਹੈ, ਆਪਣੇ ਆਪ ਨੂੰ ਸਾਧ ਲਿਆ ਹੈ, ਆਪਣੇ ਅੰਦਰਲੇ ਪਾਸੇ ਖੋਜ ਕੇ ਅਸੀਂ ਖੋਜਣਾ ਹੈ ਕਿ ਕੀ ਸਾਡੇ 'ਚ ਗਲਤੀਆਂ ਹੈ, ਕੀ ਅਸੀਂ ਪਾਪ ਕਰਮ ਕੀਤੇ ਆ, ਕੀ ਅਸੀਂ ਕਿਸੇ ਨਾਲ ਧੋਖੇ ਕੀਤੇ ਆ, ਕੀ ਅਸੀਂ ਕਿਸੇ ਨਾਲ ਠੱਗੀਆਂ ਕੀਤੀਆਂ, ਕੀ ਅਸੀਂ ਕਿਸੇ ਨਾਲ ਜ਼ਬਰਦਸਤੀ ਕੀਤੀ ਹੈ। ਜਦੋਂ ਅਸੀਂ ਇਸ ਨੂੰ ਖੋਜਾਂਗੇ ਨਾ, ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਸਾਡਾ ਸਰੀਰ ਜਿਹੜਾ ਹੈ ਨਾ, ਤੇ ਅਸੀਂ ਉਸ ਖੋਜ ਕੇ ਉਸ ਨੂੰ ਸਾਧਨਾ ਕਰਕੇ, ਨਾਮ ਸਿਮਰਨ ਕਰਕੇ, ਸਾਧਨਾ ਕਰਕੇ, ਜਦੋਂ ਅਸੀਂ ਉਸ ਨੂੰ ਠਾਕ ਦਿਆਂਗੇ, ਭਾਵ ਰੋਕ ਦਿਆਂਗੇ, ਮਨ ਨੂੰ ਰੋਕ ਲਵਾਂਗੇ, ਤੇ ਉਦੋਂ ਬੰਦਾ ਸਾਧ ਹੋ ਜਾਂਦਾ। ਸਾਧਨਾ ਕਰਕੇ ਬੰਦਾ ਸਾਧ ਹੋ ਜਾਂਦਾ। ਨਾਮ ਸਿਮਰਨ ਕਰਕੇ, ਆਚਾਰ ਵਿਹਾਰ ਨੂੰ ਸੁੱਚਾ ਕਰਕੇ, ਆਪਣੇ ਜਿੰਨੇ ਵੀ ਕਰਮ ਹੈ ਉਹਨਾਂ ਨੂੰ ਠਾਕ ਕੇ, ਪ੍ਰਮਾਤਮਾ ਇੱਕ ਸਾਧ, ਗੁਰੂ ਦਾ ਪਿਆਰਾ ਜਿਹੜਾ ਹੈ ਪ੍ਰਮਾਤਮਾ ਦਾ ਨਾਮ ਸਿਮਰਨ ਕਰਦਾ ਹੋਇਆ ਉਹ ਸਾਧ ਸਰੂਪ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਸਾਧ ਭਾਈ ਨਹਾਵੇ ਚਾਹੇ ਨਾ ਨਹਾਵੇ, ਕੋਈ ਫਰਕ ਨਹੀਂ ਪੈਂਦਾ। ਉਹਦਾ ਤਾਂ ਨਾਮ ਦਾ ਤੀਰਥ ਹੈ, ਜਿਹੜਾ ਨਾਮ ਸਿਮਰਨ ਕਰ ਰਿਹਾ ਉਹੀ ਤੀਰਥ ਹੈ ਉਸਦਾ। ਤਾਂ ਸਾਧ ਭਲੇ ਅਣਨਾਤਿਆਂ, ਸਾਧ ਤਾਂ ਬਿਨਾਂ ਨਾਤੇ ਤੋਂ ਹੀ ਚੰਗੇ ਐ, ਪਰ ਜਿਹੜੇ ਚੋਰ ਹੈ ਭਾਵੇਂ ਉਹ ਕਿੰਨਾ ਹੀ ਨਹਾ ਲੈਣ, ਉਹ ਤਾਂ ਚੋਰ ਹੀ ਰਹਿਣਗੇ, ਉਹਨਾਂ ਦੇ ਪਾਪ ਕੱਟੇ ਨਹੀਂ ਜਾਣੇ। ਗੁਰੂ ਸਾਹਿਬ ਕਹਿੰਦੇ, ਹੁਣ ਗੁਰੂ ਸਾਹਿਬ ਬਖਸ਼ਿਸ਼ ਕਰਦੇ ਐ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਰੂ ਸਾਹਿਬ ਨੇ ਸਾਨੂੰ ਜਪਜੀ ਸਾਹਿਬ ਦੇ ਵਿੱਚ ਹੀ ਦੱਸਿਆ ਹੋਇਆ ਹੈ ਕਿ ਜੇ ਅਸੀਂ ਪਰਮਾਤਮਾ ਦੇ ਨਾਮ ਨੂੰ ਸੁਣੀਏ, ਪਰਮਾਤਮਾ ਦੇ ਸ਼ਬਦ ਨੂੰ ਸੁਣੀਏ, ਸੁਣ ਕੇ ਉਸ ਨੂੰ ਮੰਨ ਲਈਏ, ਮੰਨ ਲਿਆ, ਸ਼ਬਦ ਨੂੰ ਮੰਨ ਲਿਆ ਤੇ ਪਰਮਾਤਮਾ ਨੂੰ ਮੰਨ ਲਿਆ, ਤੇ ਜਦੋਂ ਅਸੀਂ ਉਸ ਨੂੰ ਮੰਨ ਲਿਆ ਤੇ ਅਸੀਂ ਉਸ ਦੇ ਨਾਲ, ਗੁਰੂ ਸਾਹਿਬ ਸੁਣਿਆ ਮੰਨਿਆ ਮਨ ਕੀਤਾ ਭਾਉ, ਮਨ ਦੇ ਵਿੱਚ ਉਸ ਸ਼ਬਦ ਦੇ ਨਾਲ ਪਿਆਰ ਕਰ ਲਿਆ, ਔਰ ਜਿਹਦਾ ਸ਼ਬਦ ਹੈ ਉਸ ਨਾਲ ਪਿਆਰ ਕਰ ਲਿਆ। ਭਾਵ ਪਰਮਾਤਮਾ ਦਾ ਸ਼ਬਦ ਹੈ, ਨਾਮ ਪਰਮਾਤਮਾ ਦਾ ਹੈ, ਪਰਮਾਤਮਾ ਦੇ ਨਾਮ ਨਾਲ ਪਿਆਰ ਕੀਤਾ ਤੇ ਪਰਮਾਤਮਾ ਨਾਲ ਵੀ ਪਿਆਰ ਹੋ ਗਿਆ। ਤੇ ਗੁਰੂ ਸਾਹਿਬ ਕਹਿੰਦੇ ਆ ਭਾਈ, ਅੰਤਰਗਤ ਤੀਰਥ ਮਲ ਨਾਉ, ਸੁਣਿਆ ਮੰਨਿਆ ਮਨ ਕੀਤਾ ਭਾਉ, ਮਨ ਦੇ ਵਿੱਚ ਪਿਆਰ ਕਰ ਲਿਆ, ਤੇ ਨਾਮ ਸਿਮਰਨ ਕਰਦੇ ਹੋਏ ਕੀ ਕਰਿਆ ਕਿ ਸਾਡੇ ਅੰਦਰ ਹਿਰਦੇ ਦੇ ਵਿੱਚ ਅੰਤਰਗਤ ਇੱਥੇ ਤੀਰਥ ਮਲ ਨਾਉ, ਇੱਕ ਤੀਰਥ ਹੈ ਇੱਥੇ। ਜਦੋਂ ਅਸੀਂ ਨਾਮ ਸਿਮਰਨ ਕਰਦੇ ਆ ਨਾ, ਤੇ ਜਦੋਂ ਨਾਮ ਸਿਮਰਨ ਕਰਦੇ ਹਾਂ, ਮੈਂ ਅੱਗੇ ਵੀ ਕਈ ਵਾਰੀ ਦੱਸਿਆ ਹੈ ਕਿ ਅਸੀਂ ਨਾਮ ਸਿਮਰਨ ਕਿਵੇਂ ਕਰਨਾ ਹੈ। ਵਾਹ 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 ਜਿਹੜਾ ਇੱਥੇ ਜਾ ਕੇ ਵੱਜਦਾ, ਇੱਥੇ ਹਿਰਦੇ ਤੋਂ ਧੁਨੀ ਤਿੱਕਰ ਜਾਂਦਾ, ਫਿਰ ਵਾਹ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਇਹ ਬਾਹਰ ਨੂੰ ਗੁਰੂ ਜਿਹੜਾ ਬਾਹਰ ਨੂੰ ਆਉਂਦਾ। ਤੇ ਇਹ ਜਿਹੜਾ ਹੈ ਨਾ ਇੱਕ ਇਸ਼ਨਾਨ ਹੋ ਜਾਂਦਾ, ਜਿੰਨੇ ਵੀ ਪਾਪ ਸਾਡੇ ਇਕੱਠੇ ਕੀਤੇ ਹੁੰਦੇ ਆ ਨਾ, ਇੱਥੇ ਧੁਨੀ ਦੇ ਉੱਤੋਂ ਦੀ ਉੱਕਰ ਹੋ ਕੇ ਤੇ ਬਾਹਰ ਨਿਕਲ ਜਾਂਦੇ ਆ ਮੂੰਹ ਦੁਆਰਾ। ਅੰਦਰਲੇ ਪਾਸੇ ਤਾਜ਼ਾ ਨਾਮ ਜਿਹੜਾ ਹੈ, ਅੰਮ੍ਰਿਤ ਵਾਲਾ ਨਾਮ ਜਿਹੜਾ ਹੈ, ਤਾਜ਼ਾ ਪਵਨ ਗੁਰੂ ਜਿਹੜੀ ਸਾਡੀ ਹੈ, ਪਵਨ ਹੀ ਗੁਰੂ ਹੈ, ਗੁਰੂ ਹੀ ਨਾਮ ਹੈ, ਨਾਮ ਹੀ ਪਵਨ ਹੈ। ਅਨਹਦ ਧੁਨ ਕਹਿੰਦੇ ਆ ਉਸ ਨੂੰ, ਸ਼ਬਦ ਕਹਿੰਦੇ ਆ ਉਸ ਨੂੰ, ਬਾਣੀ ਕਹਿੰਦੇ ਆ, ਧੁਨ ਬਾਣੀ ਕਹਿੰਦੇ ਆ, ਸ਼ਬਦ ਬਾਣੀ ਕਹਿੰਦੇ ਆ। ਇਹ ਸਾਰੇ ਅੰਮ੍ਰਿਤ ਨਾਮ ਦੇ ਹੀ ਨਾਮ ਹੈ। ਖਸਮ ਕੀ ਬਾਣੀ ਕਹਿੰਦੇ ਆ, ਸ਼ਬਦ ਬਾਣੀ ਕਹਿੰਦੇ ਆ, ਧੁਰ ਕੀ ਬਾਣੀ ਕਹਿੰਦੇ ਆ। ਇਹ ਸਾਰੇ ਨਾਮ ਅੰਮ੍ਰਿਤ ਦੇ ਨਾਮ ਹੈ। ਤੋ ਜਦੋਂ ਅਸੀਂ ਇਸ ਤਰ੍ਹਾਂ ਨਾਲ ਸਿਮਰਨ ਕਰਦੇ ਆ ਨਾ, ਤੇ ਇਹ ਸਿਮਰਨ ਜਿਹੜਾ ਹੈ ਨਾ ਸਾਡਾ ਇਸ਼ਨਾਨ ਕਰਵਾ ਦਿੰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਭਾਈ, ਸਭ ਤੋਂ ਬਿਹਤਰ ਇਸ਼ਨਾਨ ਜਿਹੜਾ ਹੈ ਨਾ, ਇਹ ਤੀਰਥਾਂ ਦਾ ਇਸ਼ਨਾਨ ਕਿਸੇ ਕੰਮ ਨਹੀਂ ਆਉਂਦਾ। ਸਭ ਤੋਂ ਬਿਹਤਰ ਇਸ਼ਨਾਨ ਇਹ ਹੈ ਕਿ ਜੇ ਤੁਸੀਂ ਪਰਮਾਤਮਾ ਦੇ ਨਾਲ ਪਿਆਰ ਕੀਤਾ, ਗੁਰੂ ਦੇ ਸ਼ਬਦ ਨੂੰ ਮੰਨ ਲਿਆ, ਸੁਣ ਕੇ ਉਸ ਨੂੰ ਮੰਨ ਲਿਆ, ਤੇ ਫਿਰ ਗੁਰੂ ਸਾਹਿਬ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾ ਬੈ ਕਰਨ ਵਿਚਾਰ। ਐਸਾ ਨਾਮ
ਨਾਮ ਹੀ ਨਿਰੰਜਨ ਬਣ ਜਾਂਦਾ ਹੈ, ਪ੍ਰਮਾਤਮਾ ਦਾ ਸਰੂਪ ਬਣ ਜਾਂਦਾ ਹੈ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ, ਜਿਹਨੇ ਮੰਨ ਲਿਆ, ਜੇ ਕੋ ਮਨ ਜਾਣਾ ਹੈ। ਮਨ ਪਹਿਲਾ ਮਨ ਜਿਹੜਾ ਉਹ ਮੰਨਣਾ ਹੈ, ਔਰ ਦੂਜਾ ਮਨ ਹੈ ਮਨ, ਸਾਡਾ ਮਨ ਤੋਂ ਅਸੀਂ ਮੰਨ ਲਿਆ ਤੇ ਗੁਰੂ ਸਾਹਿਬ ਕਹਿੰਦੇ ਆ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ। ਇਹ ਨਾਮ ਹੀ ਨਿਰੰਜਨ ਬਣ ਜਾਂਦਾ, ਪ੍ਰਮਾਤਮਾ ਬਣ ਜਾਂਦਾ। ਤਾਂ ਇਸ ਤਰ੍ਹਾਂ ਨਾਲ ਗੁਰੂ ਸਾਹਿਬ ਨੇ ਸਾਨੂੰ ਇੱਕ ਬਖਸ਼ਿਸ਼ ਕੀਤੀ ਹੋਈ ਹੈ ਕਿ ਭਾਈ ਤੀਰਥ ਤੇ ਨਹਾਉਣਾ ਜਿਹੜਾ ਹੈ ਉਹ ਕਿਹੜਾ ਚੰਗਾ ਹੈ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਤੀਰਥ ਨਹਾਵਣ ਜਾਓ। ਜੇ ਤੁਸੀਂ ਜਾਣਾ ਹੀ ਹੈ ਨਾ ਤੀਰਥ ਨਹਾਉਣ ਵਾਸਤੇ, ਤੇ ਤੀਰਥ ਹੈ ਕਿਹੜਾ, ਅਸਲ ਤੀਰਥ ਕਿਹੜਾ ਹੈ? ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਵਿੱਚ ਦੱਸਿਆ ਹੋਇਆ, ਤੀਰਥ ਨਹਾਵਣ ਜਾਓ। ਤੀਰਥ ਨਾਮ ਹੈ, ਤੀਰਥ ਨਹਾਵਣ ਜਾਓ। ਉਹ ਤੀਰਥ ਤੇ ਨਹਾਵਣ ਜਾਓ ਜਿਹੜਾ ਤੀਰਥ ਜਿਹੜਾ ਹੈ ਨਾ ਉਹ ਨਾਮ ਹੈ, ਭਾਵ ਨਾਮ ਹੀ ਤੀਰਥ ਹੈ। ਤੇ ਉਸ ਨਾਮ ਦੇ ਨਾਲ ਤੁਸੀਂ ਨਹਾਓ ਸਿਮਰਨ ਕਰਕੇ। ਗੁਰੂ ਸਾਹਿਬ ਕਹਿੰਦੇ ਇਹ ਜਿਹੜਾ ਤੀਰਥ ਹੈ ਨਾ ਇਹ ਸਫਲਤਾ ਦਿੰਦਾ, ਤੁਹਾਡਾ ਮਨ ਦੀ ਮੈਲ ਲਾ ਦਿੰਦਾ। ਹੁਣ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਨਾਮ ਨਿਦਾਨ ਹੈ। ਇਹ ਨਾਮ ਹੀ ਜਿਹੜਾ ਨਾ ਅੰਮ੍ਰਿਤ ਹੈ, ਤੇ ਇਹ ਖਜ਼ਾਨਿਆਂ ਦਾ ਮਤਲਬ, ਖਜ਼ਾਨੇ ਦੇ ਵਿੱਚ 9 ਨਿਦਾਨ ਦੇ ਭੰਡਾਰੇ, ਇੰਨੇ ਖਜ਼ਾਨੇ ਆ ਇਸ ਨਾਮ ਦੇ ਵਿੱਚ ਹੀ ਖਜ਼ਾਨੇ ਆ। ਤੇ ਗੁਰੂ ਸਾਹਿਬ ਕਹਿੰਦੇ ਜਦੋਂ ਤੁਸੀਂ ਇਹ ਇਸ਼ਨਾਨ ਕਰੋਗੇ ਨਾ ਤੇ ਇਹ ਨਾਮ ਦੇ ਖਜ਼ਾਨੇ ਜਿਹੜੇ ਹੈ, 9 ਨਿਦਾਨ ਦੇ ਖਜ਼ਾਨੇ ਜਿਹੜੇ ਹੈ ਉਹ ਤੁਹਾਨੂੰ ਪ੍ਰਾਪਤ ਹੋ ਜਾਣਗੇ। ਹੁਣ ਗੁਰੂ ਸਾਹਿਬ ਕਹਿੰਦੇ ਆ ਭਾਈ, ਇੱਕ ਵਾਰੀ ਸਾਹਿਬ ਸ੍ਰੀ ਗੁਰੂ ਸਾਹਿਬ ਕੋਲੇ ਇੱਕ ਪੰਚਮ ਪਾਤਸ਼ਾਹ ਦੇ ਸਮੇਂ ਦੀ ਗੱਲ ਹੈ, ਇੱਕ ਬ੍ਰਾਹਮਣ ਗੁਰੂ ਸਾਹਿਬ ਕੋਲੇ ਆਇਆ ਔਰ ਗੁਰੂ ਸਾਹਿਬ ਨੂੰ ਕਹਿਣ ਲੱਗਿਆ, ਸੱਚੇ ਪਾਤਸ਼ਾਹ ਅਸੀਂ ਸਾਰਿਆਂ ਨੇ ਮਿਲ ਕੇ, ਉਹਦੇ ਨਾਲ ਹੋਰ ਵੀ ਕੁਝ ਆਦਮੀ ਸੀਗੇ, ਅਸੀਂ ਤੀਰਥ ਨਹਾਉਣ ਜਾਣਾ। ਸੱਚੇ ਪਾਤਸ਼ਾਹ ਅਸੀਂ ਤੀਰਥ ਨਹਾਉਣ ਜਾ ਰਹੇ ਹਾਂ ਸਾਰੇ, ਤੇ ਤੁਸੀਂ ਕਿਰਪਾ ਕਰੋ ਸਾਡੇ ਤੇ, ਅਸੀਂ ਤੀਰਥ ਨਹਾ ਆਈਏ। ਹੁਣ ਗੁਰੂ ਸਾਹਿਬ ਕਹਿਣ ਲੱਗੇ, ਭਾਈ ਪੰਡਿਤ ਜੀ, ਮਿਸਰ ਜੀ, ਤੁਸੀਂ ਤੀਰਥ ਨਹਾਉਣ ਚੱਲੇ ਹੋ ਤੇ ਇੱਕ ਕੰਮ ਸਾਡਾ ਵੀ ਕਰ ਦਿਓ। ਕਹਿੰਦੇ ਮਹਾਰਾਜ ਦੱਸੋ। ਸੀ ਪੰਡਤ, ਉਹ ਪੰਡਤ ਦੇ ਰੀਤੀ ਰਿਵਾਜਾਂ ਨੂੰ ਵੀ ਮੰਨਦਾ ਸੀ, ਪਰ ਗੁਰੂ ਸਾਹਿਬ ਦੇ ਕੋਲੇ ਕਦੇ ਕਦੇ ਦਰਸ਼ਨ ਕਰਨ ਆ ਜਾਂਦਾ। ਹੁਣ ਗੁਰੂ ਸਾਹਿਬ ਕਹਿਣ ਲੱਗੇ, ਪੰਡਿਤ ਜੀ ਵੀ ਤੁਸੀਂ ਆਏ ਕਰੋ। ਗੁਰੂ ਸਾਹਿਬ ਨੇ ਇੱਕ ਤੋਰੀ ਸੀ, ਤੋਰੀ ਕਹਿੰਦੇ ਆ ਉਸਨੂੰ, ਇੱਥੇ ਲੌਕੀ ਦੀ ਗੱਲ ਕੀਤੀ ਹੋਈ ਹੈ। ਲੋਕੀ 68 ਤੀਰਥ ਨਾਈ ਤੋ ਗੁਰੂ ਸਾਹਿਬ ਕਹਿਣ ਲੱਗੇ, ਭਾਈ ਇਹ ਲੌਕੀ ਜਿਹੜੀ ਹੈ ਨਾ, ਤੋਰੀ ਜਿਹੜੀ ਹੈ, ਇਹ ਤੁਸੀਂ ਪੰਡਿਤ ਜੀ ਆਏ ਕਰੋ ਵੀ ਤੁਸੀਂ ਇਸ਼ਨਾਨ ਕਰਨ ਜਾਂਦੇ ਹੋ, ਚੰਗਾ ਹੋ ਗਿਆ। ਤੁਸੀਂ ਇਸ ਤਰ੍ਹਾਂ ਕਰੋ ਬਈ ਇਹ ਸਾਡੀ ਤੋਰੀ ਜਿਹੜੀ ਹੈ ਨਾ, ਇਹਨੂੰ ਵੀ ਜਿੱਥੇ ਤੁਸੀਂ ਇਸ਼ਨਾਨ ਕਰਾਓ ਨਾ ਉੱਥੇ ਇਸ ਨੂੰ ਵੀ ਇਸ਼ਨਾਨ ਕਰਾ ਦਿਆ ਜੇ। ਜਿੱਥੇ ਵੀ ਤੁਸੀਂ ਕਰੋ ਇਸ਼ਨਾਨ, ਕਿਤੇ ਕਿਸੇ ਵੀ ਤੀਰਥ ਤੇ ਕਰੋ, ਸਾਰੇ ਤੀਰਥਾਂ ਤੇ ਇਸ ਨੂੰ ਇਸ਼ਨਾਨ ਕਰਵਾ ਦਿਓ ਕਹਿੰਦੇ। ਤੇ ਉਹ ਪੰਡਿਤ ਜੀ ਕਹਿਣ ਲੱਗੇ, ਠੀਕ ਹੈ ਜੀ, ਦੇ ਦਿਓ ਸਾਨੂੰ। ਉਹ ਪੰਡਿਤ ਨੇ ਉਹ ਤੋਰੀ ਜਿਹੜੀ ਸੀ ਗੁਰੂ ਸਾਹਿਬ ਤੋਂ ਲੈ ਲਈ, ਗੁਰੂ ਸਾਹਿਬ ਤੋਂ ਲੈ ਲਈ। ਤੇ ਪੰਡਿਤ ਹੁਣ ਆਪਣੇ ਜਥੇ ਦੇ ਨਾਲ ਜਿਹੜਾ ਸੀ ਉਹ ਤੀਰਥਾਂ ਤੇ ਨਹਾਉਣ ਚਲਾ ਗਿਆ। ਜਿੱਥੇ ਜਿੱਥੇ ਤੀਰਥ ਤੇ ਉਹ ਨਹਾਵੇ ਉਹ ਤੋਰੀ ਨੂੰ ਵੀ ਨਵਾ ਦੇਵੇ। ਪਹਿਲੇ ਤੀਰਥ ਤੇ ਨਵਾਇਆ, ਫਿਰ ਦੂਜੇ ਦਿਨ ਨਵਾਇਆ, ਤੀਜੇ ਦਿਨ ਨਵਾਇਆ, ਚੌਥੇ ਦਿਨ ਨਵਾਇਆ। ਇਹ ਹਿੰਦੁਸਤਾਨ ਦੇ ਵਿੱਚ, ਹਿੰਦੂ ਸੰਸਕ੍ਰਿਤੀ ਦੇ ਵਿੱਚ 68 ਤੀਰਥ ਮੰਨੇ ਜਾਂਦੇ ਆ। ਉਹ ਪੰਡਿਤ 68 ਤੀਰਥਾਂ ਤੇ ਹੀ ਇਸ਼ਨਾਨ ਕਰਕੇ ਵਾਪਸ ਆਇਆ ਤੇ 68 ਤੀਰਥਾਂ ਤੇ ਹੀ ਉਸ ਤੋਰੀ ਨੂੰ ਨਹਾਉਂਦਾ ਰਿਹਾ। ਜਿੱਥੇ ਜਾਵੇ ਉਸ ਤੋਰੀ ਦਾ ਇਸ਼ਨਾਨ ਵੀ ਕਰਾ ਦੇਵੇ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਉਹ ਲੋਕੀ ਜਿਹੜੀ ਆ 68 ਤੀਰਥ ਨਹਾਈ, ਪਰ ਉਸ ਦੇ ਅੰਦਰੋਂ ਕੌਰਾਪਨ ਹਾਲੇ ਵੀ ਨਾ ਗਿਆ। ਕਿਵੇਂ?
ਉਹ ਪੰਡਤ ਨੇ ਜਦੋਂ ਇਸ਼ਨਾਨ ਕਰਕੇ ਸਾਰੇ ਤੀਰਥਾਂ ਦਾ ਤੇ ਆ ਕੇ ਗੁਰੂ ਸਾਹਿਬ ਦੇ ਕੋਲੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਪੁੱਛਣ ਲੱਗੇ ਵੀ ਮਿਸਰ ਜੀ ਨਹਾਏ ਇਸ਼ਨਾਨ ਕਰਿਆ? ਹਾਂ ਮਹਾਰਾਜ, ਅਸੀਂ 68 ਤੀਰਥਾਂ ਦਾ ਇਸ਼ਨਾਨ ਕਰਿਆ ਆ, ਹੁਣ ਸਾਡੇ ਸਾਰੇ ਪਾਪ ਜਿਹੜੇ ਆ ਉਹ ਲਹਿ ਗਏ। ਠੀਕ ਹੈ ਮਿਸਰ ਜੀ, ਪਰ ਇੱਕ ਗੱਲ ਦੱਸੋ ਮੈਨੂੰ, ਉਹ ਜਿਹੜੀ ਤੁਹਾਨੂੰ ਤੋਰੀ ਦਿੱਤੀ ਸੀ ਉਹ ਕਿੱਥੇ? ਕਹਿੰਦੇ ਆ ਜੀ, ਆ ਲਓ ਮੇਰੇ ਥੱਲੇ 'ਚ ਹੀ ਆ। ਮੈਂ ਕੋਈ ਇਹਨੂੰ ਸਾਰੇ ਥਾਵਾਂ 'ਤੇ ਇਸ਼ਨਾਨ ਕਰਾਇਆ ਗੁਰੂ ਸਾਹਿਬ। ਅੱਛਾ ਚਲੋ ਚੰਗਾ ਠੀਕ ਹੈ। ਫਿਰ ਐਂ ਕਰ ਪੰਡਿਤ ਜੀ, ਉਹ ਤੋਰੀ ਲਿਆ ਕੇ ਗੁਰੂ ਜੀ ਨੂੰ ਵੀ ਦੇ ਦਿੱਤੀ ਉਸਨੇ। ਗੁਰੂ ਜੀ ਕਹਿਣ ਲੱਗੇ ਪੰਡਿਤ ਜੀ ਐਂ ਕਰੀ ਬਈ ਇਹ ਹੁਣ 68 ਤੀਰਥ ਨਾ ਕੇ ਆਈ ਹੈ, ਇਹਦੇ ਤਾਂ ਸਾਰੇ ਪਾਪ ਤੋਰੀ ਦੇ ਵੀ ਕੱਟੇ ਗਏ ਹੋਣੇ ਆ। ਕਹਿੰਦੇ ਹਾਂਜੀ ਜੀ, ਸਾਰੇ 68 ਤੀਰਥਾਂ 'ਤੇ ਜਿਹੜਾ ਬੰਦਾ ਨਹਾਉਂਦਾ ਉਹਦੇ ਪਾਪ ਕੱਟੇ ਜਾਂਦੇ। ਕਹਿੰਦੇ ਫਿਰ ਪੰਡਿਤ ਜੀ ਐਂ ਕਰ ਬਈ ਇਹ ਜਿਹੜੀ ਤੋਰੀ ਹੈ ਇਹਨੂੰ ਥੋੜਾ ਜਿਹਾ ਕੱਟ ਕੇ ਵੇਖ ਤਾਂ ਸੀ, ਹੁਣ ਤਾਂ ਬਹੁਤ ਮਿੱਠੀ ਹੋ ਗਈ ਹੋਣੀ ਹੈ, ਇਸ ਨਾਲ 68 ਤੀਰਥਾਂ ਦੇ ਨਹਾਕੇ ਆਈ ਹੈ ਇਹ, ਤੇ ਇਹ ਤਾਂ ਇਹਦੇ 'ਚ ਤਾਂ ਅੰਮ੍ਰਿਤ ਰਸ ਬਣ ਗਈ ਹੋਣੀ ਹੈ ਇਹ। ਕਹਿੰਦੇ ਜੀ ਹਾਂ, ਇਹ ਹੁਣ ਪਾਪ ਤਾਂ ਇਹਦੇ ਸਾਰੇ ਇਕੱਠੇ ਗਏ ਤੇ ਇਹ ਤਾਂ ਅੰਮ੍ਰਿਤ ਬਣ ਗਈ ਹੋਣੀ ਹੈ। ਤੇ ਗੁਰੂ ਸਾਹਿਬ ਕਹਿਣ ਲੱਗੇ ਫਿਰ ਆਏ ਕਰ ਪੰਡਿਤ ਜੀ ਵੀ ਇਹਨੂੰ ਕੱਟ ਕੇ ਵੇਖ ਥੋੜਾ ਜਿਹਾ। ਉਹਨੇ ਜੀ ਉਹ ਤੋਰੀ ਜਿਹੜੀ ਸੀ ਕੱਟ ਕੇ ਇੱਕ ਫਾੜੀ ਵਿੱਚੋਂ ਕੱਢ ਕੇ ਗੁਰੂ ਸਾਹਿਬ ਕਹਿਣ ਲੱਗੇ ਵੀ ਐਂ ਕਰ ਪੰਡਿਤ ਜੀ ਵੀ ਇਹਨੂੰ ਚੱਖ ਕੇ ਵੇਖ, ਤੂੰ ਖਾ ਥੋੜਾ ਜਿਹਾ ਖਾ ਲੈ, ਇਹਨੂੰ ਤਾਂ ਬਹੁਤ ਮਿੱਠੀ ਹੋਣੀ ਆ, ਅੰਮ੍ਰਿਤ ਹੈ ਤਾਂ, ਤੇ ਤੈਨੂੰ ਭਲਾ ਕਰੂਗੀ। ਉਹ ਪੰਡਿਤ ਨੇ ਜਦੋਂ ਮੂੰਹ ਲਾਇਆ ਤੋਰੀ ਨੂੰ, ਤੇ ਤੋਰੀ ਜਿਹੜੀ ਸੀ ਉਹ ਕੜੱਤਣ ਐਸੀ ਹੈ ਕਿ ਉਹ ਜ਼ਹਿਰ ਹੈ ਪੂਰੀ ਦੀ ਪੂਰੀ। 68 ਤੀਰਥ ਨਹਾ ਕੇ ਵੀ ਆਈ ਤੇ ਉਹਦਾ ਜ਼ਹਿਰ ਨਹੀਂ ਖਤਮ ਹੋਇਆ। ਤੇ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਗੱਲ ਕੀਤੀ ਹੈ ਕਿ ਲੋਕੀ 68 ਤੀਰਥ ਨਹਾਈ ਤੋ ਵੀ ਕੌੜਾ ਪਾਣੋਂ ਦਾ ਜਿਹੜਾ ਉਹ ਨਾ ਗਿਆ, ਇਹ ਉਹ ਕੌੜੀ ਦੀ ਕੌੜੀ ਰਹੀ। ਹੁਣ ਗੁਰੂ ਸਾਹਿਬ ਨੇ ਇਸ ਸ਼ਬਦ ਦੁਆਰਾ ਸਾਨੂੰ ਇਹ ਸਮਝਾਇਆ ਹੋਇਆ ਹੈ ਤੀਰਥਾਂ ਤੇ ਨਹਾਉਣ ਵਾਲੇ ਬੰਦਿਆਂ ਨੂੰ ਕਿ ਭਾਈ ਤੀਰਥਾਂ ਤੇ ਇਸ਼ਨਾਨ ਕਰਿਆ ਜਿਹੜੇ ਪਾਪਾਂ ਦੇ ਕਰਮ ਅਸੀਂ ਕੀਤੇ ਹੋਏ ਆ ਨਾ ਉਹ ਮਿਟਦੇ ਨਹੀਂ ਹੈ। ਹਉਮੈ ਦਾ ਹੰਕਾਰ ਜਿਹੜਾ ਸਾਡੇ ਅੰਦਰ ਪੈਦਾ ਹੈ ਉਹ ਨਾਤਿਆਂ ਤੀਰਥਾਂ ਤੇ ਇਸ਼ਨਾਨ ਕਰਿਆ ਨਹੀਂ ਮਿਟਦਾ। ਗੁਰੂ ਸਾਹਿਬ ਨੇ ਤਰੀਕਾ ਦੱਸਿਆ ਹੋਇਆ ਕਿ ਜੇ ਇਸ਼ਨਾਨ ਕਰਨਾ ਤਾਂ ਭਾਈ ਤੁਹਾਡੇ ਅੰਦਰਲੇ ਪਾਸੇ ਇੱਕ ਤੀਰਥ ਹੈ, ਨਾਮ ਸਿਮਰਨ ਦਾ ਇਸ਼ਨਾਨ ਕਰੋ। ਜਪਜੀ ਸਾਹਿਬ ਦੇ ਵਿੱਚ ਇਹ ਗੱਲ ਕੀਤੀ ਹੋਈ ਹੈ ਗੁਰੂ ਸਾਹਿਬ ਨੇ। ਤੇ ਫਿਰ ਜਿਹੜੇ ਲੋਕ ਇਸ ਤਰ੍ਹਾਂ ਦਾ ਇਸ਼ਨਾਨ ਕਰਦੇ ਆ ਭਾਈ, ਉਹਨਾਂ ਦੇ ਪਾਪ ਕਰਮ ਜਿਹੜੇ ਆ ਕੱਟੇ ਜਾਂਦੇ ਆ, ਉਹਨਾਂ ਦਾ ਮਨ ਨਿਰਮਲ ਹੋ ਜਾਂਦਾ, ਉਹਨਾਂ ਦਾ ਮਨ ਸ਼ੁੱਧ ਹੋ ਜਾਂਦਾ ਹੈ। ਬਾਕੀ ਇਸ਼ਨਾਨ ਕਰਿਆ ਤਾਂ ਭਾਈ ਜਿਵੇਂ ਇਹ ਤੋਰੀ ਜਿਹੜੀ ਹੈ ਨਾ, ਲੌਕੀ ਜਿਹੜੀ ਹੈ ਇਹ ਕੌੜੀ ਦੀ ਕੌੜੀ ਰਹਿ ਗਈ ਹੈ। ਇਵੇਂ ਜੇਕਰ ਭਾਵੇਂ ਕਿੰਨੇ ਹੀ ਇਸ਼ਨਾਨ ਕਰ ਲਓ ਤੁਸੀਂ, 68 ਛੱਡ ਕੇ ਭਾਵੇਂ ਹਜ਼ਾਰੋਂ ਇਸ਼ਨਾਨ ਕਰ ਲਓ, ਤੁਹਾਡਾ ਜਿਹੜਾ ਕੌੜਾਪਣ, ਜਿਹੜਾ ਹਉਮੈ ਹੈ, ਹੰਕਾਰ ਹੈ, ਪਾਪ ਕਰਮ ਦੀ ਬ੍ਰਿਤੀ ਹੈ, ਤ੍ਰਿਸ਼ਨਾ ਹੈ, ਹੋਰ ਐਸੇ ਤੁਹਾਡੇ ਕਰਮ ਹੈ ਕਿ ਧੱਕੇ, ਜ਼ੋਰ, ਧੋਖਾ, ਬੇਈਮਾਨੀ, ਬਦਨੀਤੀ, ਬਹੁਤ ਤੁਹਾਡੇ ਪਾਪ ਜਿਹੜੇ ਆ ਮਿਟਣ ਨਹੀਂ ਲੱਗੇ ਕਦੇ। ਤੀਰਥਾਂ ਦੇ ਇਸ਼ਨਾਨ ਕਰਿਆ ਤੇ ਇਹ ਮਿਟਣਗੇ ਕਦੋਂ? ਜਦੋਂ ਤੁਸੀਂ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਜਿਹੜਾ ਹੈ, ਨਾਮ ਅੰਮ੍ਰਿਤ ਜਿਹੜਾ ਸਿਮਰਨ ਕਰੋ ਗੁਰੂ ਤੋਂ ਲੈ ਕੇ। ਉਹ ਵੀ ਨਾਲ ਇੱਕ ਗੱਲ ਹੈ, ਇੱਕ ਸ਼ਰਤ ਹੈ ਕਿ ਗੁਰੂ ਤੋਂ ਲਿਆ ਹੋਇਆ ਨਾਮ ਹੀ ਮਤਲਬ ਸਾਡੇ ਹਿਰਦੇ 'ਚ ਕੰਮ ਕਰੇਗਾ। ਅਗਰ ਐਸੇ ਰਾਮ ਰਾਮ ਕਰਤਾ ਜਗ ਫਿਰੈ, ਰਾਮ ਨ ਪਾਇਆ ਜਾਏ। ਤੇ ਗੁਰੂ ਸਾਹਿਬ ਕਹਿੰਦੇ ਆ ਭਾਵੇਂ ਜਿੰਨਾ ਮਰਜੀ ਹਰ ਹਰ ਕਰੀ ਚੱਲੋ, ਜਿੰਨਾ ਮਰਜੀ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ, ਜਿੰਨਾ ਮਰਜੀ ਰਾਮ ਰਾਮ ਕਰੀ ਚੱਲੋ, ਜੇ ਗੁਰੂ ਤੋਂ ਨਾਮ ਅੰਮ੍ਰਿਤ ਨਹੀਂ ਲਿਆ ਤੇ ਉਹ ਫਲੇਗਾ ਨਹੀਂ। ਤੁਹਾਡੇ ਮਨ ਦੀ ਮੈਲ ਨਹੀਂ ਕੱਟੀ ਜਾਏਗੀ। ਮਨ ਦੀ ਮੈਲ ਤਾਂ ਉਦੋਂ ਹੀ ਕੱਟੀ ਜਾਏਗੀ ਜਦੋਂ ਤੁਸੀਂ 5 ਪਿਆਰਿਆਂ ਕੋਲੋਂ ਗੁਰੂ ਦਾ ਅੰਮ੍ਰਿਤ ਪ੍ਰਾਪਤ ਕੀਤਾ। ਫਿਰ ਉਹ ਪ੍ਰਮਾਤਮਾ ਦਾ ਜਿਹੜਾ ਨਾਮ ਸ਼ਬਦ ਹੈ ਨਾ, ਉਹ ਧੁਰ ਪ੍ਰਮਾਤਮਾ ਵੱਲੋਂ ਆਉਂਦਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ 5 ਬਾਣੀਆਂ ਪੜ੍ਹ ਕੇ ਜੋ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰਨ ਸਤਿਗੁਰੂ ਸਰੂਪ ਹੈ, ਪਰਮਪਿਤਾ ਪਰਮਾਤਮਾ ਦਾ ਸਰੂਪ ਹੈ, ਇਹਦੀ ਹਜ਼ੂਰੀ ਦੇ ਵਿੱਚ ਜਦੋਂ ਅਸੀਂ ਉਹ ਨਾਮ 5 ਪਿਆਰੇ ਸਾਨੂੰ ਦਿੰਦੇ ਆ ਨਾ, ਉਹ ਨਾਮ ਪਰਮਾਤਮਾ ਵੱਲੋਂ ਆਇਆ ਹੁੰਦਾ। 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਨਾਮ ਬਣਾਇਆ ਹੁੰਦਾ। ਤੋ ਇਸ ਤਰ੍ਹਾਂ ਦੇ ਨਾਲ ਉਹ ਪਰਮਾਤਮਾ ਵੱਲੋਂ ਆਇਆ ਹੋਇਆ ਨਾਮ ਹੀ ਸਾਡੇ ਹਿਰਦੇ ਦੇ ਵਿੱਚ ਕਿਰਿਆ ਕਰਦਾ ਹੈ ਕਿ ਸਾਡੀ ਮੈਲ ਕੱਟ ਦਿੰਦਾ ਔਰ ਸਾਨੂੰ, ਸਾਡੀ ਰੂਹ ਨੂੰ, ਸਾਡੀ ਜੋਤ ਨੂੰ ਨਿਰਮਲ ਕਰਕੇ ਸਾਨੂੰ ਉਸ ਜੋਤ ਵਰਗਾ ਬਣਾ ਦਿੰਦਾ ਜੋ ਅਸੀਂ ਸਭ ਤੋਂ ਪਹਿਲਾਂ ਪਰਮਾਤਮਾ ਨਾਲੋਂ ਵਿਛੜ ਕੇ ਇਹ ਜੋਤ ਜਿਹੜੀ ਹੈ, ਸਾਡੀ ਆਤਮਾ ਦੀ ਜੋਤ ਜਿਹੜੀ ਹੈ ਇਸ ਸੰਸਾਰ ਦੇ ਵਿੱਚ ਆਈ ਸੀ।
ਭਾਵ ਨਿਰਮਲ ਜੋਤ ਹੋ ਜਾਂਦੀ ਹੈ, ਪ੍ਰਮਾਤਮਾ ਦਾ ਸਰੂਪ ਹੋ ਜਾਂਦੀ ਹੈ। ਉਹ ਪ੍ਰਮਾਤਮਾ ਦੀ ਜੋਤੀ ਤੇ ਇਹ ਜੋਤ ਜਿਹੜੀ ਹੈ ਇੱਕ ਸਮਾਨ ਹੋ ਜਾਂਦੇ ਹੈ, ਇਹਦੇ 'ਚ ਕੋਈ ਭੇਦ ਨਹੀਂ ਰਹਿੰਦਾ ਗਾ। ਤੇ ਫਿਰ ਇਸ ਕਰਕੇ ਇਹ ਪਰਮਪਿਤਾ ਪਰਮਾਤਮਾ ਦੀ ਜੋਤ ਜਿਹੜੀ ਹੈ ਨਾਮ ਸਿਮਰਨ ਦੇ ਸਦਕਾ ਜਦੋਂ ਨਿਰਮਲ ਹੋ ਜਾਂਦੀ ਹੈ, ਤੇ ਉਦੋਂ ਸਾਡਾ ਮਿਲਣ ਵੀ ਜਿਹੜਾ ਪਰਮਾਤਮਾ ਨਾਲ ਹੋ ਜਾਂਦਾ ਹੈ। ਸਾਡੀ ਆਤਮਾ ਪਰਮਾਤਮਾ ਨਾਲ ਜੋੜ ਕਰ ਲੈਂਦੀ ਹੈ, ਜੋਗ ਕਰ ਲੈਂਦੀ ਹੈ, ਲਿੰਕ ਕਰ ਲੈਂਦੀ ਹੈ। ਤੋ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਭਾਈ ਨਹਾਉਣ ਜਿਹੜਾ ਹੈ ਉਹ ਕਿਸੇ ਕੰਮ ਨਹੀਂ ਹੈ। ਤੀਰਥ ਨਾਮ ਤੇ ਜਿਹੜਾ ਨਹਾਵਣ ਅਸਲ ਹੈ ਉਹ ਹੈ ਕਿ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਅਸਲ ਜਿਹੜਾ ਤੀਰਥ ਹੈ ਉਹ ਨਾਮ ਹੈ, ਤੇ ਨਾਮ ਨੇ ਸਾਡੀਆਂ ਸਾਰੀਆਂ ਮੈਲਾਂ ਜਨਮਾਂ ਜਨਮਾਂ ਦੀਆਂ ਖੱਟੀਆਂ ਹੋਈਆਂ ਮੈਲਾਂ ਜਿਹੜੀਆਂ ਇਕੱਠੀਆਂ ਹੋਈਆਂ ਉਹ ਕੱਟ ਦੇਣਗੇ। ਔਰ ਸਾਡੀ ਰੂਹ ਨੇ, ਸਾਡੀ ਜੋਤ ਨੇ, ਸਾਡੀ ਆਤਮਾ ਨੇ ਨਿਰਮਲ ਹੋ ਕੇ ਉਸ ਪਰਮਪਿਤਾ ਪਰਮਾਤਮਾ ਦੇ ਦਰਸ਼ਦਾਰੇ ਕਰਨੇ ਸ਼ੁਰੂ ਕਰ ਦੇਣੇ ਆ। ਤੋ ਸਾਧ ਸੰਗਤ ਜੀ, ਜਦੋਂ ਕੋਈ ਰੂਹ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਕਿ ਪੰਚ ਪਰਵਾਨ ਪੰਚ ਪਰਦਾਨ, ਪੰਚੇ ਪਾਵੈ ਦਰਗਾ ਮਾਨ, ਪੰਚੇ ਸੋ ਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜਦੋਂ ਅਸੀਂ ਨਾਮ ਸਿਮਰਨ ਕਰਦੇ ਹਾਂ ਨਾ, ਤੇ ਸਾਡੀ ਰੂਹ ਜਿਹੜੀ ਹੈ, ਜੋਤ ਜਿਹੜੀ ਹੈ ਨਿਰਮਲ ਹੋ ਜਾਂਦੀ ਹੈ। ਔਰ ਨਿਰਮਲ ਹੋਣ ਦੇ ਨਾਲ ਨਾਲ ਉਹ ਕੁਝ ਗੁਣ ਵੀ ਧਾਰਨ ਕਰ ਲੈਂਦੀ ਹੈ। ਗੁਰੂ ਸਾਹਿਬ ਨੇ ਕਿਹਾ ਨਾ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ। ਉਹ ਪ੍ਰਮਾਤਮਾ ਦੇ ਗੁਣ ਜਿਹੜੇ ਆ ਇਸ ਜੋਤ ਦੇ ਵਿੱਚ ਆ ਜਾਂਦੇ ਆ, ਸਾਡੀ ਆਤਮਾ ਦੇ ਵਿੱਚ ਆ ਜਾਂਦੇ ਆ, ਸਾਡੀ ਰੂਹ ਦੇ ਵਿੱਚ ਆ ਜਾਂਦੇ ਆ, ਸਾਡੇ ਅੰਤਰਗਤ ਆ ਜਾਂਦੇ ਆ। ਤੇ ਇਹ ਗੁਣ ਜਦੋਂ ਆ ਜਾਂਦੇ ਆ ਨਾ, ਤਾਂ ਉਦੋਂ ਬੰਦਾ ਜਿਹੜਾ ਹੈ ਉਦੋਂ ਨਿਰਮਲ ਹੋ ਜਾਂਦਾ, ਔਰ ਉਹ ਗੁਣਾਂ ਦੇ ਸਦਕਾ ਜਿਹੜਾ ਹੈ ਉਸ ਦਾ ਸਨਮਾਨ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਆ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਪੰਜਾਂ ਦਾ ਗੁਰੂ ਜਿਹੜਾ ਉਹ ਇੱਕ ਧਿਆਨ ਹੈ, ਭਾਵ ਸੁਰਤੀ ਜੋੜ ਕੇ ਪਰਮਾਤਮਾ ਵੱਲ ਧਿਆਨ ਕਰਨਾ ਔਰ ਪਰਮਾਤਮਾ ਨਾਲ ਜੋੜ ਕਰ ਲੈਣਾ, ਕੰਟੈਕਟ ਕਰ ਲੈਣਾ, ਲਿੰਕ ਕਰ ਲੈਣਾ। ਹੁਣ ਗੁਰੂ ਸਾਹਿਬ ਕਹਿੰਦੇ ਆ ਪੰਚ ਪ੍ਰਧਾਨ, ਇਹ ਜਿਹੜੀ ਨਿਰਮਲ ਜੋਤ ਹੋ ਜਾਂਦੀ ਹੈ, ਇਹ ਗੁਣ ਜਿਹੜੇ ਸਾਡੇ 'ਚ ਆਉਂਦੇ ਆ, ਇਹ ਕਿਹੜੇ ਗੁਣ ਹੁੰਦੇ ਆ? ਗੁਰੂ ਸਾਹਿਬ ਕਹਿੰਦੇ ਆ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕੀ ਕਹਿੰਦੇ ਆ ਗੁਰੂ ਸਾਹਿਬ? ਸਵਸਤ ਦਾ ਮਤਲਬ ਹੁੰਦਾ ਹੈ ਕਿ ਅਸੀਂ ਰੂਹ ਨੂੰ ਐਸੀ ਬਣਾ ਲਈਏ ਕਿ ਸਾਡੀ ਰੂਹ ਇਹ ਕਬੂਲ ਕਰ ਲਵੇ ਕਿ ਅਸੀਂ ਇਸ ਸੰਸਾਰ ਦੇ ਉੱਤੇ ਰਹਿ ਕੇ ਹਮੇਸ਼ਾ ਹੀ ਕਿਸੇ ਦਾ ਭਲਾ ਕਰਨਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਸਰਬੱਤ ਦਾ ਭਲਾ ਮੰਗਣਾ ਅਸੀਂ, ਉਸ ਨੂੰ ਕਹਿੰਦੇ ਆ ਇਹ ਧਰਮੀ ਰੂਹ ਹੋ ਗਈ, ਉਹਨੇ ਧਰਮ ਖੱਟ ਲਿਆ। ਗੁਰੂ ਸਾਹਿਬ ਕਹਿੰਦੇ ਆ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਤਾਲ, ਤਿਸਵੀ ਧਰਤੀ ਥਾਪ ਰੱਖੀ ਧਰਮਸਾਲ, ਤਿਸਵੀ ਜੀ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ, ਅਨੰਤ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਇਹ ਪੰਜ ਪ੍ਰਵਾਨ ਫਿਰ ਪ੍ਰਮਾਤਮਾ ਦੇ ਦੁਆਰੇ ਤੇ ਸੋਹਣ ਲੱਗ ਜਾਂਦੇ ਆ। ਤਿੱਥੇ ਸੋਹਣ ਪੰਜ ਪ੍ਰਵਾਨ, ਨਦਰੀ ਕਰਮ ਪਵੇ ਨਿਸ਼ਾਨ, ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਮੱਥੇ ਤੇ ਇੱਕ ਨਿਸ਼ਾਨ ਲੱਗ ਜਾਂਦਾ ਹੈ। ਐਸਾ ਤੇਜ ਬਣਦਾ ਕਿ ਦੂਰੋਂ ਪਤਾ ਲੱਗ ਜਾਂਦਾ ਵੀ ਇਹ ਪ੍ਰਮਾਤਮਾ ਦੀ ਰੂਹ ਹੈ, ਇਹ ਕੋਈ ਭਗਤ ਹੈ, ਇਹ ਕੋਈ ਸੁੱਚੀ ਰੂਹ ਹੈ। ਤੇ ਗੁਰੂ ਸਾਹਿਬ ਕਹਿੰਦੇ ਆ, ਨਦਰੀ ਕਰਮ ਪਵੇ ਨਿਸ਼ਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ। ਤੇ ਅੱਗੇ ਗੁਰੂ ਸਾਹਿਬ ਨੇ ਕਿਹਾ, ਧਰਮ ਖੰਡ ਕਾ, ਇਹੋ ਧਰਮ ਜੋ ਪਹਿਲਾਂ ਦੱਸੀ ਹੈ ਨਾ ਤੁਕ ਸਾਰੀ, ਕਹਿੰਦੇ ਇਹੀ ਧਰਮ ਹੈ ਧਰਮ ਖੰਡ ਦਾ। ਧਰਮ ਖੰਡ ਕਾ ਇਹੋ ਧਰਮ, ਕੀ ਧਰਮ ਹੈ? ਕਿ ਅਸੀਂ ਭਲਾ ਕਰਨਾ ਸਭ ਦਾ। ਤੇ ਜਦੋਂ ਅਸੀਂ ਭਲਾ ਕਰਾਂਗੇ ਤੇ ਉਦੋਂ ਸਾਡੇ ਪੰਜ ਜਿਹੜੇ ਤਿੱਥੇ ਸੋਹਣ ਪੰਜ ਪ੍ਰਵਾਨ, ਪੰਜ ਗੁਣ ਜਿਹੜੇ ਹੈ, ਸਵਸਤ ਧਰਮ ਦਾ ਨਾਂ ਹੈ। ਧਰਮੀ ਬੰਦੇ ਦਾ ਨਾਂ ਸਵਸਤ ਧਾਰਨ ਕਰਨਾ, ਉਸ ਨੂੰ ਕਹਿੰਦੇ ਆ ਧਰਮ।
ਸਵਸਤ ਆਥ, ਆਥ ਹੁੰਦੀ ਹੈ, ਆਥ ਦਾ ਮਤਲਬ ਹੈ ਮਾਇਆ। ਮਾਇਆ ਦਾ ਮਤਲਬ ਹੈ ਧਨ। ਮਾਇਆ ਵੀ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਧਨ ਰੂਪ ਲక్ష్ਮੀ ਜਿਹਨੂੰ ਅਸੀਂ ਕਹਿੰਦੇ ਧਨ ਪੈਸਾ ਕਹਿੰਦੇ ਆ, ਇੱਕ ਮਾਇਆ ਹੁੰਦੀ ਹੈ ਪਰਮਾਤਮਾ ਦਾ ਖੇਲ। ਪਰਿਵਾਰ, ਕੁਟੁੰਬ, ਸਾਰੀ ਸ੍ਰਿਸ਼ਟੀ ਜੋ ਅਸੀਂ ਦੇਖ ਰਹੇ ਹਾਂ ਇਹ ਵੀ ਮਾਇਆ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਆਥ ਜਿਹੜੀ ਮਾਇਆ ਹੈ ਨਾ, ਇਹ ਪਰਮਾਤਮਾ ਦੇ ਨਾਮ ਦੀ ਮਾਇਆ ਹੈ। ਨਾਮ ਸਿਮਰਨ ਕਰਿਆ ਜਿਹੜੀ ਪੂੰਜੀ ਸਾਡੇ ਕੋਲ ਇਕੱਠੀ ਹੁੰਦੀ ਹੈ ਨਾ, ਅਸੀਂ ਉਸ ਨੂੰ ਆਥ ਕਹਿੰਦੇ ਹਾਂ। ਗੁਰਬਾਣੀ ਉਸ ਨੂੰ ਆਥ ਕਹਿੰਦੀ ਹੈ। ਭਾਵ ਉਹ ਧਨ ਇਕੱਠਾ ਹੋ ਜਾਵੇ ਜਿਸ ਕੋਲੇ, ਇਹ ਵੀ ਇੱਕ ਗੁਣ ਹੈ। ਨਾਮ ਦਾ ਧਨ ਇਕੱਠਾ ਕਰ ਲੈਣਾ ਵੀ ਇੱਕ ਗੁਣ ਹੈ। ਧਰਮ ਆਥ ਇਕੱਠੀ, ਧਨ ਮਾਇਆ ਦਾ ਪੂੰਜੀ ਇਕੱਠੀ, ਤਾਂ ਨਾਮ ਦੀ ਪੂੰਜੀ ਇਕੱਠੀ ਕਰਨੀ ਦੂਜਾ ਗੁਣ। ਸਵਸਤ ਆਥ ਬਾਣੀ, ਬਾਣੀ ਦਾ ਮਤਲਬ ਅਨਹਦ ਧੁਨੀ। ਪਵਨ ਗੁਰੂ ਪਾਣੀ ਪਿਤਾ, ਤੇ ਮਤਲਬ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਬਾਣੀ ਦਾ ਮਤਲਬ ਹੈ ਅਨਹਦ ਧੁਨ ਸਾਡੇ ਅੰਤਰ ਹਿਰਦੇ ਦੇ ਵਿੱਚ ਵੱਜਣ ਲੱਗ ਜਾਵੇ। ਉਹ ਬਾਣੀ ਜਦੋਂ ਸਾਡੇ ਅੰਦਰ ਆ ਕੇ ਸਮਾਏਗੀ ਤੇ ਉਦੋਂ ਸਾਡੇ ਅੰਦਰ ਜਿਹੜਾ ਨਿਰਮਲ ਹੋ ਜਾਏਗਾ, ਨਿਰਮਲ ਹੋ ਜਾਏਗਾ। ਨਾਮ ਸਿਮਰਨ ਕਰੇ, ਬਾਣੀ ਆਏਗੀ, ਨਾਮ ਸਿਮਰਨ ਕਰੇ, ਤੇ ਉਦੋਂ ਮਤਲਬ ਕੀ ਹੋਏਗਾ ਕਿ ਇਹ ਸਾਡਾ ਜਿਹੜਾ ਅੰਤਰਲਾ ਹੈ ਇਹ ਬਾਣੀ ਨੂੰ ਪ੍ਰਾਪਤ ਕਰ ਲਏਗਾ, ਬਾਣੀ ਦਾ ਰੂਪ ਹੋ ਜਾਏਗਾ। ਸਦਾ ਹੀ ਇਹਦੇ ਅੰਦਰ ਹਿਰਦੇ ਦੇ ਵਿੱਚ ਬਾਣੀ ਵਸੀ ਰਹੇਗੀ, ਤੇ ਉਦੋਂ ਇਹ ਗੁਣ ਜਿਹੜਾ ਬਾਣੀ ਦਾ ਵੀ ਪ੍ਰਾਪਤ ਹੋ ਜਾਂਦਾ ਹੈ। ਸਵਸਤ ਆਥ ਬਾਣੀ ਬਰਮਾਓ। ਬਰਮਾਓ ਦਾ ਅਰਥ ਹੈ ਕਿ ਬ੍ਰਹਮਾ ਵਿਸ਼ਨੂੰ ਮਹੇਸ਼ ਤਿੰਨ ਜਿਹੜੇ ਹੈ ਦੇਵਤੇ, ਉਹ ਪਰਮਾਤਮਾ ਦੇ ਸ਼ਰਨ ਦੇ ਵਿੱਚ ਹੈ, ਤਿੰਨੇ ਹੀ। ਤੇ ਤਿੰਨੇ ਨੂੰ ਜੋ ਪਰਮਾਤਮਾ ਨੇ ਹੁਕਮ ਲਾਇਆ ਉਹ ਕਰਦੇ ਆ। ਬ੍ਰਹਮਾ ਵਿਸ਼ਨੂੰ ਮਹੇਸ਼ ਤਿੰਨੇ। ਹੁਣ ਪ੍ਰਮਾਤਮਾ ਇਹ ਕਹਿੰਦਾ ਹੈ ਕਿ ਗੁਰੂ ਸਾਹਿਬ ਨੇ ਇਹ ਕਿਹਾ ਹੈ ਕਿ ਪੰਜਵਾਂ ਗੁਣ, ਚੌਥਾ ਗੁਣ ਜਿਹੜਾ ਹੈ ਉਹ ਬਰਮਾਓ ਦਾ ਹੋਣਾ ਚਾਹੀਦਾ। ਬਰਮਾਓ ਦਾ ਮਤਲਬ ਕੀ ਹੈ ਕਿ ਅਸੀਂ ਪਰਿਵਾਰ ਦੇ ਵਿੱਚ ਰਹਿ ਕੇ ਨੇਕ ਕਮਾਈ ਕਰੀਏ, ਆਪਣੇ ਮਾਤਾ ਪਿਤਾ ਦੀ ਸੇਵਾ ਕਰੀਏ, ਔਰ ਪ੍ਰਮਾਤਮਾ ਦੀ ਕਿਰਪਾ ਨਾਲ ਜਿਵੇਂ ਬ੍ਰਹਮਾ ਵਿਸ਼ਨੂੰ ਮਹੇਸ਼ ਕੰਮ ਕਰਦੇ ਆ ਉਵੇਂ ਜੇਕਰ ਮਾਤਾ ਪਿਤਾ ਦੀ ਆਗਿਆ ਮੰਨ ਕੇ ਅਸੀਂ ਸਤ ਬਚਨ ਮੰਨ ਕੇ ਆਪਣੇ ਪਰਿਵਾਰ ਦੇ ਵਿੱਚ ਸਤ ਕਰਮ ਕਰੀਏ। ਕੋਈ ਬੇਈਮਾਨੀ ਨਹੀਂ, ਕੋਈ ਠੱਗੀ ਨਹੀਂ, ਕੋਈ ਧੋਖਾ ਨਹੀਂ, ਕੋਈ ਕਿਸੇ ਨਾਲ ਅੜੀ ਨਹੀਂ, ਕੋਈ ਜਿੱਦ ਨਹੀਂ। ਮਾਂ ਪਿਓ ਜੋ ਹੁਕਮ ਕਰੇ ਉਹਨੂੰ ਸਤ ਬਚਨ ਮੰਨ ਲੈਣਾ, ਇਹ ਹੈ ਬਰਮਾਓ। ਜੈਸੇ ਬ੍ਰਹਮਾ ਵਿਸ਼ਨੂੰ ਮਹੇਸ਼ ਰਹੇ ਆ ਉਵੇਂ ਅਸੀਂ ਪਰਿਵਾਰ ਦੇ ਵਿੱਚ ਰਹੀਏ, ਸਾਡਾ ਪਰਿਵਾਰ ਇਸ ਤਰ੍ਹਾਂ ਦਾ ਚੱਲੇ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਸਤ ਸੁਹਾਣ ਸਦਾ ਮਨ ਚਾਓ। ਜਦੋਂ ਇਹ ਚਾਰ ਗੁਣ ਸਾਡੇ ਅੰਦਰ ਆ ਗਏ ਨਾ, ਤੇ ਪੰਜਵਾਂ ਸਤ ਪਰਮਾਤਮਾ ਹੈ, ਉਹ ਪੰਜਵਾਂ ਆਪੇ ਹੀ ਆ ਜਾਏਗਾ। ਇਹ ਪੰਜ ਗੁਣ ਜਦੋਂ ਸਾਡੇ ਅੰਦਰ ਆ ਜਾਂਦੇ ਆ ਤੇ ਗੁਰੂ ਸਾਹਿਬ ਕਹਿੰਦੇ ਆ ਉਦੋਂ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਕਿ ਨਾਨਕ ਨਿਰਗੁਣ ਗੁਣ ਕਰੇ। ਜਦੋਂ ਅਸੀਂ ਨਾਮ ਸਿਮਰਨ ਕਰਦੇ ਹਾਂ ਨਾ, ਜਿਨ੍ਹਾਂ ਬੰਦਿਆਂ ਕੋਲੇ ਕੋਈ ਗੁਣ ਨਹੀਂ ਹੈ, ਉਹ ਨਿਰਗੁਣ ਪਰਮਪਿਤਾ ਪਰਮਾਤਮਾ, ਉਹ ਗੁਣ 'ਚ ਵੀ ਹੈ ਔਰ ਸਰਗੁਣ ਵੀ ਹੈ ਔਰ ਨਿਰਗੁਣ ਵੀ ਹੈ। ਸੰਸਾਰ ਦੇ ਵਿੱਚ ਵੀ ਹੈ ਵਸਿਆ ਹੋਇਆ, ਔਰ ਸੰਸਾਰ ਤੋਂ ਬਾਹਰ ਨਿਰਾਕਾਰ ਸਰੂਪ ਦੇ ਵਿੱਚ, ਨਿਰਗੁਣ ਸਰੂਪ ਦੇ ਵਿੱਚ ਜਿਹੜਾ ਦਿਸਦਾ ਨਹੀਂ ਹੈ, ਆਕਾਰ ਨਹੀਂ ਹੈ ਉਸਦਾ, ਕੋਈ ਗੁਣ ਨਹੀਂ ਹੈ ਉਸਦਾ। ਕਹਿੰਦੇ ਵੀ ਉਹ ਪਰਮਪਿਤਾ ਪਰਮਾਤਮਾ ਸਾਡੇ ਉੱਤੇ ਗੁਣ ਕਰਦਾ ਹੈ, ਜਿਹੜੇ ਅਸੀਂ ਨਿਰਗੁਣੇ ਆ ਸਾਡੇ ਉੱਤੇ ਕਿਰਪਾ ਕਰ ਦਿੰਦਾ ਔਰ ਸਾਨੂੰ ਗੁਣ ਬਖਸ਼ੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਜਿਹੜਿਆਂ ਨੂੰ ਗੁਣ ਹੈ ਦਿੱਤੇ ਹੋਏ ਉਹ ਪਰਮਾਤਮਾ ਦੇ ਦਿੱਤੇ ਹੋਏ ਆ, ਤੇ ਤਾਂ ਹੀ ਉਹ ਗੁਣਵੰਤੇ ਬਣੇ। ਤੇ ਜਦੋਂ ਇਹ ਗੁਣ ਪੈਦਾ ਹੋ ਜਾਂਦੇ ਆ ਉਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਕਿ ਸਾਨੂੰ ਪਰਮਾਤਮਾ ਦੇ ਦਰਸਦਾਰੇ ਹੋਣੇ ਸ਼ੁਰੂ ਹੋ ਜਾਂਦੇ ਆ, ਪਰਮਾਤਮਾ ਨਾਲ ਸਾਡੀ ਜੋਤ ਦਾ ਲਿੰਕ ਹੋ ਜਾਂਦਾ ਹੈ। ਤੇ ਇਸ ਤਰ੍ਹਾਂ ਨਾਲ ਪਰਮਾਤਮਾ ਦੇ ਦੁਆਰੇ ਤੇ ਅਸੀਂ ਬੈਠ ਕੇ ਉਸ ਦੀ ਸ਼ਰਨ ਦੇ ਵਿੱਚ ਉਸ ਦੇ ਦਰਸਦਾਰੇ ਕਰ ਲੈਂਦੇ ਹਾਂ। ਤੇ ਗੁਰੂ ਸਾਹਿਬ ਕਹਿੰਦੇ ਆ ਐਸਾ ਤੇਹਾ ਕੋਏ ਨਾ ਸੁੱਚੀ, ਜੇ ਤਿਸ ਗੁਣ ਕੋਈ ਕਰੇ। ਇਹੋ ਜਿਹਾ ਸੰਸਾਰ ਦੇ ਵਿੱਚ ਕੋਈ ਬੰਦਾ ਨਹੀਂ ਹੈ, ਵੱਡੇ ਤੋਂ ਵੱਡਾ ਵਿਦਵਾਨ ਵੀ ਹੋਵੇ, ਚਾਹੇ ਗਿਆਨੀ ਹੋਵੇ, ਕੋਈ ਵੀ ਹੋਵੇ, ਪਰਮਾਤਮਾ ਨੂੰ ਜਿਹੜਾ ਗੁਣ ਦੇ ਦੇਵੇ। ਐਸਾ ਕੋਈ ਵੀ ਬੰਦਾ ਨਹੀਂ ਹੈ। ਸਾਰੇ ਗੁਣ ਪਰਮਾਤਮਾ ਵੱਲੋਂ ਸੰਸਾਰ ਦੇ ਲੋਕਾਂ ਨੂੰ ਮਿਲਦੇ ਹੈ, ਤੇ ਜਦੋਂ ਇਹ ਗੁਣ ਮਿਲਦੇ ਹੈ ਉਦੋਂ ਮਤਲਬ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਕਿ ਉਹ ਪਰਮਪਿਤਾ ਪਰਮਾਤਮਾ ਉਸ ਨੂੰ ਆਪਣੇ ਬੁੱਕਲ ਦੇ ਵਿੱਚ ਲੈ ਲੈਂਦਾ ਗੁਣਾਂ ਵਾਲੇ ਬੰਦਿਆਂ। ਗੁਰੂ ਸਾਹਿਬ ਕਹਿੰਦੇ ਆ ਆਪਣਾ ਆਚਾਰ ਵਿਹਾਰ ਭਾਈ ਸੁੱਧ ਰੱਖੋ। ਪਰਮਾਤਮਾ ਦਾ ਨਾਮ ਵੀ ਸਿਮਰਨ ਕਰੋ, ਆਪਣਾ ਕਰਮ ਵੀ ਸੁੱਧ ਕਰੋ, ਆਚਾਰ ਵਿਹਾਰ ਬੋਲ ਚਾਲ ਸੁੱਧ ਰੱਖੋ, ਕਿਸੇ ਨੂੰ ਮੰਦਾ ਨਾ ਬੋਲੋ। ਮੰਦਾ ਕਿਸ ਨੂੰ ਆਖੀਏ? ਜੇ ਦੂਜਾ ਕੋਈ ਹੋਏ। ਸਾਰਿਆਂ ਦੇ ਵਿੱਚ ਹੀ ਰੱਬ ਵਸਦਾ ਹੈ। ਜਦੋਂ ਸਾਨੂੰ ਇਹ ਪਛਾਣ ਆਉਣ ਲੱਗ ਗਈ ਤੇ ਫਿਰ ਭਾਈ ਅਸੀਂ ਕਿਸੇ ਨੂੰ ਵੀ ਮੰਦਾ ਨਹੀਂ ਬੋਲ ਸਕਦੇ। ਫਿਰ ਤਾਂ ਗੁਣ ਸਾਡੇ ਐਸੇ ਹੋਣੇ ਚਾਹੀਦੇ ਵੀ ਅਸੀਂ ਹਰ ਬੰਦੇ ਨੂੰ ਹੀ ਨੀਵੇਂ ਹੋ ਕੇ ਨਿਮਰਤਾ ਸਹਿਤ
विचार करिए। नानक नीवा जो चलै लगे न तत्ती वाओ। हुण गुरु साहब कहते हैं भी पंच परवान पंच प्रधान पंच गुण की है, स्वस्थ आठ पानी भरमाओ सत पंच गुण है। पर यह पंच गुणों का नाम एक दूजा भी है कि धर्म दया संतोख सच और धीरज। धर्म उही स्वस्थ के बराबर है, दया जिहड़ी है आथ के बराबर है, संतोख बाणी के बराबर है। धर्म दया संतोख सच, सच परमात्मा और धीरज जिहड़ा है वो मतलब जिस तरह असीं धीरज दे विच ब्रह्मा विष्णु महेश काम कर रहे हैं परमात्मा की शरण दे विच, उदों असीं परिवार दे विच रह के धीरज धारण करिए, सारे संसार दे विच रह के धीरज धारण करिए। तो जदों ये पंज गुण साडे च आ गए, पंच परवान पंच प्रधान, ये प्रधान बन जाते हैं सारे संसार दे विच। पंचे पावै दरगा मान, परमात्मा द्वारे तो इन्हां पंजां गुणां दी ही कदर हुंदी है। पंच प्रवान पंच प्रधान पंचे पावै दरगा मान, पंचे सोहै दर्रा जान, पंचां का गुर एक ध्यान। ध्यान नाल जदों असीं परमात्मा की सिमरन करांगे ये पंजे साडे कोले आ जांदे, साडे अंदर हिरदे दे विच आ जांदे आ, साडी आत्मा निर्मल हो जाती है। और जदों साडी आत्मा निर्मल होगी उदों सानूं परमात्मा दे दर्श दारे निराकार स्वरूप दे विच भी दिसने शुरू हो जाते हैं, जोत स्वरूप परमात्मा। और बंदियां दे विच भी जिहड़ा है वो सानूं ज्ञान आ जाता है कि बलिहारी कुदरत वसिया तेरा अंत ना जाई लखिया। फिर सानूं ये ज्ञान आ जाता कि ये संसार दे विच भी वो परमपिता परमात्मा वस रहा। ये संसार तां ही चल रहा है कि जे साडे अंदर वस रहा परमात्मा तो तां असीं चल रहे हैं। चंद सूरज तां ही चल रहे हैं जे उहदे विच परमात्मा वस रहा है। पौण पानी तां ही चल रहे हैं जे उन्हां दे विच परमात्मा वस रहा है। धरती तां ही चल रही है जे उन्हां दे विच परमात्मा वस रहा है। समुंदर तां ही वग रहे हैं जे उन्हां दे विच परमात्मा वस रहा है। सारे संसार दे विच परमात्मा वसिया। तो फिर सानूं जदों ऐसा ज्ञान आ जाता ना तो फिर सानूं थां थां दे उत्ते चप्पे चप्पे दे उत्ते हर बंदे दे अंदर सानूं रब दिसना शुरू हो जाता है। फिर असीं किसी नूं मंदा नहीं बोलते। अगला मंदा बोली जावे 10 वारी, असीं नहीं बुरा करना किसी का। काला कर जो हथ जोड़ दो भाई भला करे वाहिगुरू तेरा, मंदा नहीं कहना किसी ने। तो इस तरह के नाल गुरु साहब ने सानू समझाया भाई। हुण गुरु साहब सानू समझाउंदे आ भाई इस शब्द दे विच कि उस परमपिता परमात्मा ने एक खेल जिहड़ा खेलिया संसार का किवें खेलिया। गुरु साहब कहते हैं कि आपे हुक्म चलाया जग धंधे लाया। उस परमपिता परमात्मा ने ही हुक्म चलाया और सारे संसार को बनाया। हुक्मी होवन आकार हुक्म न कहा जाई, हुक्मी होवन जी हुक्म मिले वड्याई, हुक्मी उत्ता नीच, हुक्म लिख दुख सुख पाई है, एक ना हुक्म बख्शीस, एक हुक्मी सदा भवाई है, हुक्मे अंदर सबको बाहर हुक्म ना कोई। ये हुक्म नाल ही परमात्मा ने जग बनाया ते धंधे भी अपने हुक्म नाल ही लाया। सारे बंदियां नूं जिन्ने भी असीं धंधे कर रहे हैं वो परमात्मा के हुक्म नाल कीते जा रहे हैं। जदों परमात्मा की मर्जी हुंदी है उस धंधे नूं छुड़वा दिंदा, कोई होर ला दिंदा, नहीं तो कोई विहला ही फिरदा रहिंदा, बंदा कुछ ही नहीं करता। परमात्मा का हुक्म है, जिथे परमात्मा ने ला दिता वो धंधा करना पएगा, उत्थे जाके करना पएगा। हुण गुरु साहब कहते हैं एक आपे ही आप लायन गुर ते सुख पाया। कहते भी एक बंदे इहो जिहे है कि जिहड़े आप दी आप अपने आप नूं जान के आप परमात्मा नूं समझदे होए परमात्मा नाल जुड़ जाते हैं। तो फिर वो गुरु की किरपा ऐसी हुंदी है कि उन्होंने सुख की प्राप्ति हो जाती है नाम सिमरन करदे होए। अगे गुरु साहब कहते हैं दै दिस ए मन धाम दा गुर ठाक रहाया। ये मन वैसे परमात्मा के नाम तो बिना जिहड़ा ना साडा भटकदा फिरदा रहिंदा है। कदे उधर नूं भज गया, कदे वो कर लिया, वो फलाने ने ऐ करना है, ये करना है, वो करना है, मैं उत्थे जाना है, उत्थे वो सारी दिहाड़ी सोचता ही रहिंदा। कदे उधर भज गया, कदे उधर भज गया, ऐ भज्जिया ही फिरदा रहिंदा। ये टिका करके नहीं बहिंदा, एक थां ते नहीं टिकदा। पर जदों गुरु की किरपा होंदी है, नाम सिमरन की बख्शिश हो जाती है, तो उदों ये मन जिहड़ा एक थां दे उत्ते टिक के बह जाता, इनू सबर आ जाता, इनू संतोख आ जाता। तो फिर गुरु साहब कहते हैं परमात्मा के नाम ने गुरु ने इस नूं जिहड़ा भज्जा दौड़ जिहड़ी सी इहदी बंद कर दित्ती और इनू ठाक का मतलब हुंदा रोक लगा दित्ती। हुण अगे गुरु साहब कहते हैं नावे नो सब लोच दी गुरमती पाया। हुण संसार के सारे लोग ही जिन्ने जे कहो ना तुसीं तो सारा संसार ही ये चाहुंदा कि मैनूं नाम की प्राप्ति हो जाए।
ਪਰ ਨਾਮ ਦੀ ਪ੍ਰਾਪਤੀ ਬਿਨਾਂ ਕਰਮਾਂ ਤੋਂ ਕਦੇ ਨਹੀਂ ਹੁੰਦੀ, ਹਰ ਬੰਦੇ ਨੂੰ ਨਹੀਂ ਹੁੰਦੀ ਗੀ। ਜਿਹਦੇ ਭਾਗ ਦੇ ਵਿੱਚ ਮੱਥੇ ਦੇ ਵਿੱਚ ਲਿਖਿਆ ਹੁੰਦਾ ਕਿ ਇਸ ਨੂੰ ਨਾਮ ਦੀ ਪ੍ਰਾਪਤੀ ਹੋਏਗੀ, ਉਹੀ ਗੁਰੂ ਕੋਲੇ ਜਾ ਕੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰਦਾ ਹੈ, ਅੰਮ੍ਰਿਤ ਛਕਦਾ ਹੈ, ਫਿਰ ਉਸ ਦਾ ਨਾਮ ਸਿਮਰਨ ਕਰਦਾ। ਨਹੀਂ ਤਾਂ ਐਸੇ ਵੀ ਲੋਕ ਪਏ ਆ ਕਿ ਅੰਮ੍ਰਿਤ ਛਕ ਕੇ ਤੇ ਦੂਜੇ ਦਿਨ ਗਵਾ ਦਿੰਦੇ ਆ, ਬੁਰੇ ਕਰਮ ਕਰਨ ਲੱਗ ਜਾਂਦੇ ਆ। ਅੰਮ੍ਰਿਤ ਛਕ ਕੇ ਵੀ ਗੁਰੂ ਦੇ ਪਾਪ ਕਰਮ ਕਰਦੇ ਆ ਲੋਕ, ਇਹੋ ਜਿਹੇ ਵੀ ਆ। ਉਹਨਾਂ ਦੇ ਭਾਗਾਂ 'ਚ ਨਹੀਂ ਲਿਖਿਆ ਹੁੰਦਾ, ਉਹ ਅੰਮ੍ਰਿਤ ਨੂੰ ਭਾਵੇਂ ਕਿਰਪਾਨਾਂ ਪਾਈ ਰੱਖਣ, ਪਰ ਮਤਲਬ ਅੰਮ੍ਰਿਤ ਗਵਾ ਦਿੰਦੇ ਆ ਉਹ ਪਾਪ ਕਰਮ ਕਰਕੇ, ਬੁਰੀਆਂ ਵਸਤਾਂ ਖਾ ਕੇ। ਤੋ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਕਿ ਨਾਵੇ ਨੂੰ ਸਭ ਲੋਚਦੀ ਗੁਰਮਤੀ ਪਾਇਆ, ਧੁਰ ਲਿਖਿਆ ਮੇਟ ਨ ਸਕੀਐ, ਜੋ ਹਰ ਲਿਖ ਪਾਇਆ। ਭਾਈ ਇਹ ਜਿਹੜਾ ਨਾਮ ਦੀ ਪ੍ਰਾਪਤੀ ਵੀ ਜਿਹੜੀ ਹੈ ਨਾ, ਉਹ ਪ੍ਰਮਾਤਮਾ ਵੱਲੋਂ ਲਿਖੀ ਹੁੰਦੀ ਹੈ ਰੂਹ ਦੇ ਮਸਤਕ ਦੇ ਉੱਤੇ। ਜੈਸੇ ਉਸਦੇ ਕਰਮ ਕੀਤੇ ਹੁੰਦੇ ਆ ਪੂਰਬਲੇ, ਉਸ ਦੇ ਮੁਤਾਬਕ ਉਸ ਦੇ ਮੱਥੇ ਦੇ ਉੱਤੇ ਲਿਖਿਆ ਹੁੰਦਾ ਕਿ ਇਹ ਪ੍ਰਮਾਤਮਾ ਦੀ ਭਗਤੀ ਕਰੇਗੀ। ਉਹ ਰੂਹ ਫਿਰ ਇਸ ਸੰਸਾਰ ਦੇ ਵਿੱਚ ਆ ਕੇ ਆਪ ਵੀ ਜਪਦੀ ਆ, ਆਪ ਜਪੈ, ਤੇ ਫਿਰ ਗੁਰੂ ਦੀ ਕਿਰਪਾ ਹੋ ਜਾਵੇ ਤੇ ਨਾਲ ਅਵਰੈ ਨਾਮ ਜਪਾਵੇ। ਦੂਸਰੀ ਸੰਗਤ ਨੂੰ ਵੀ ਜਪਾਉਣਾ ਸ਼ੁਰੂ ਕਰ ਦਿੰਦੇ, ਸੰਗਤ ਦੇ ਵਿੱਚ ਬੈਠ ਕੇ ਆਪ ਵੀ ਜਪਦੀ ਹੈ ਤੇ ਲੋਕਾਂ ਨੂੰ ਵੀ ਜਪਾਉਂਦੀ ਹੈ। ਐਸੀਆਂ ਰੂਹਾਂ ਗੁਰੂ ਦੀ ਕਿਰਪਾ ਨਾਲ ਬਣਦੀਆਂ। ਤੋ ਸਾਧ ਸੰਗਤ ਜੀ, ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਧੁਰ ਤੋਂ ਜਿਹੜਾ ਲਿਖਿਆ ਹੈ ਨਾ ਮੱਥੇ ਦੇ ਵਿੱਚ, ਪ੍ਰਮਾਤਮਾ ਨੇ ਜਿਹੜਾ ਲਿਖ ਦਿੱਤਾ, ਧੁਰ ਦਾ ਮਤਲਬ ਜੋ ਪ੍ਰਮਾਤਮਾ ਨੇ ਲਿਖ ਦਿੱਤਾ, ਉਹ ਕੋਈ ਬੰਦਾ ਐਸਾ ਨਹੀਂ ਹੈ ਕਿ ਉਹਨੂੰ ਮੇਟ ਦੇਵੇ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਕਿ ਜੋ ਪ੍ਰਮਾਤਮਾ ਨੇ ਲਿਖ ਦਿੱਤਾ ਉਹ ਪ੍ਰਮਾਤਮਾ ਹੀ ਮੇਟ ਸਕਦਾ ਹੈ। ਕਿਵੇਂ? ਕਿ ਪ੍ਰਮਾਤਮਾ ਕਿਰਪਾ ਕਰ ਦੇਵੇ ਤੇ ਸਾਡੇ ਮਸਤਕ ਦੇ ਉੱਤੇ, ਸਾਡੇ ਸਿਰ ਦੇ ਉੱਤੇ ਹੱਥ ਰੱਖ ਕੇ ਸਾਡੇ ਨੂੰ ਅੰਮ੍ਰਿਤ ਦੀ ਬਖਸ਼ਿਸ਼ ਦਾਤ ਦੇ ਕੇ ਸਾਨੂੰ ਅੰਮ੍ਰਿਤ ਆਪੇ ਨਾਮ ਜਪਾਇਆ। ਆਪਣੇ ਸੇਵਕ ਕੋ ਆਪ ਜਪਾਵੈ। ਉਹ ਪਰਮਪਿਤਾ ਪ੍ਰਮਾਤਮਾ ਆਪ ਹੀ ਸਾਨੂੰ ਨਾਮ ਦੇ ਦਿੰਦਾ ਹੈ। ਜੇ ਕਿਸੇ ਤੇ ਕਿਰਪਾ ਕਰਦੇ ਤੇ ਔਗਣ ਹਾਰਿਆਂ ਨੂੰ ਵੀ ਨਾਮ ਦੇ ਦਿੰਦਾ ਹੈ। ਵੈਸੇ ਪਹਿਲਾਂ ਗੁਰੂ ਸਾਹਿਬ ਨੇ ਲਿਖਿਆ ਨਾ ਵੀ ਬਿਨਾਂ ਗੁਰੂ ਦੀ ਕਿਰਪਾ ਬਿਨਾਂ ਨਾਮ ਨਹੀਂ ਪ੍ਰਾਪਤ ਹੁੰਦਾ। ਪਰ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਜੇ ਉਹਦੀ ਕਿਰਪਾ ਹੋ ਜਾਵੇ ਕਿ ਉਹ ਔਗਣ ਹਾਰਿਆਂ ਨੂੰ ਵੀ ਬਖਸ਼ ਦਿੰਦਾ ਔਰ ਨਾਮ ਦੇ ਦਿੰਦਾ, ਔਰ ਨਾਮ ਦੇ ਕੇ ਉਸ ਨੂੰ ਆਪ ਹੀ ਜਪਾ ਦਿੰਦਾ, ਬਾਂਹ ਫੜ ਕੇ ਆਪ ਹੀ ਜਪਣ ਲਾ ਦਿੰਦਾ ਹੈ। ਆਪੇ ਮੂੰਹ 'ਚੋਂ ਉਹਦੇ 'ਚੋਂ ਵਾਹਿਗੁਰੂ ਵਾਹਿਗੁਰੂ ਨਿਕਲਣਾ ਸ਼ੁਰੂ ਹੋ ਜਾਂਦਾ ਗੁਰੂ ਦੀ ਕਿਰਪਾ ਨਾਲ। ਤੇ ਫਿਰ ਉਹ ਗੁਰੂ ਦੀ ਕਿਰਪਾ ਐਸੀ ਹੁੰਦੀ ਹੈ ਕਿ ਉਸ ਨੂੰ ਗਿਆਨ ਪ੍ਰਕਾਸ਼ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਫਿਰ ਉਹ ਬੰਦਾ ਜਿਹੜਾ ਹੈ ਨਾ ਸੰਸਾਰ ਦੇ ਵਿੱਚ, ਜੇ ਅਸੀਂ ਉਹਨੂੰ ਕਹੀਏ ਤੇ ਗੁਰਮੁਖ ਸਿੱਖ ਧਰਮ ਦੇ ਮੁਤਾਬਕ ਅਸੀਂ ਉਸ ਨੂੰ ਗੁਰਮੁਖ ਕਹਿੰਦੇ ਹਾਂ। ਲੋਕ ਉਸ ਨੂੰ ਭਗਤ ਕਹਿੰਦੇ ਆ, ਲੋਕ ਉਹਨੂੰ ਸੇਵਕ ਵੀ ਕਹਿੰਦੇ ਆ, ਲੋਕ ਉਸ ਨੂੰ ਸੇਵਾਦਾਰ ਵੀ ਕਹਿੰਦੇ ਆ, ਲੋਕ ਉਸ ਨੂੰ ਜਨ ਵੀ ਕਹਿੰਦੇ ਆ, ਲੋਕ ਉਸ ਨੂੰ ਇਹ ਸਮਝ ਲਓ ਕਿ ਪ੍ਰਮਾਤਮਾ ਦਾ ਪਿਆਰਾ ਵੀ ਕਹਿੰਦੇ ਆ, ਗੁਰੂ ਦਾ ਪਿਆਰਾ ਵੀ ਕਹਿੰਦੇ ਆ। ਉਹ ਪਰਮਪਿਤਾ ਪ੍ਰਮਾਤਮਾ ਦੀ ਰੂਹ ਜਿਹੜੀ ਹੈ ਜਦੋਂ ਪ੍ਰਮਾਤਮਾ ਨਾਲ ਮਿਲ ਜਾਂਦੀ ਹੈ ਉਹ ਸ੍ਰੇਸ਼ਟ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਭਾਈ ਸਾਰਿਆਂ ਨਾਲੋਂ, ਸਾਰੇ ਕਰਮਾਂ ਨਾਲ, ਸੰਸਾਰ ਦੇ ਵਿੱਚ ਜੋ ਵੀ ਅਸੀਂ ਕਰਮ ਕਰਦੇ ਹਾਂ ਪਰਮਾਤਮਾ ਦੇ ਲਾਏ ਹੋਇਆ ਭਾਵੇਂ, ਪਰ ਗੁਰੂ ਸਾਹਿਬ ਕਹਿੰਦੇ ਆ ਕਿ ਪ੍ਰਮਾਤਮਾ ਇਹ ਵੀ ਲਾਉਂਦਾ ਹੈ। ਤੇ ਜਿਹੜਾ ਬੰਦਾ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ, ਜਪਦਾ ਹੈ, ਉਹ ਸਾਰਿਆਂ ਨਾਲੋਂ ਸ੍ਰੇਸ਼ਟ ਕਰਮ ਹੈ, ਕਿਉਂਕਿ ਉਹ ਪਰਮਪਿਤਾ ਪ੍ਰਮਾਤਮਾ ਨਾਲ ਮਿਲਣ ਕਰਾ ਦਿੰਦਾ, ਪ੍ਰਮਾਤਮਾ ਦੇ ਦਰਸ ਦਾਰੇ ਕਰਾ ਦਿੰਦਾ ਹੈ। ਤੇ ਇਹ ਰੂਹ ਤੇ ਆਤਮਾ ਅਭੇਦ ਹੋ ਕੇ ਸਦਾ ਦਿਨ ਰਾਤ ਨਾਮ ਸਿਮਰਨ ਕਰਦੇ ਆ। ਤੇ ਗੁਰੂ ਸਾਹਿਬ ਕਹਿੰਦੇ ਆ ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਤੋ ਸਾਧ ਸੰਗਤ ਜੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਦੇ ਲੋਕਾਂ ਦੇ ਉੱਤੇ ਐਸਾ ਕਰਮ ਕਰਿਆ, ਐਸਾ ਨਾਮ ਦਾ ਰਸਤਾ ਸਾਨੂੰ ਦੱਸਿਆ, ਸੱਚ ਦਾ ਰਸਤਾ ਦੱਸਿਆ, ਪਰਮਾਤਮਾ ਦੇ ਮਿਲਣ ਦਾ ਸਿੱਧਾ ਜਿਹਾ ਰਸਤਾ ਦੱਸਿਆ। ਅੱਜ ਅਸੀਂ ਵੀ ਸਾਰਾ ਸੰਸਾਰ ਜਿਹੜਾ ਹੈ, ਅਸੀਂ ਹਿੰਦੁਸਤਾਨ ਦੇ ਲੋਕ ਹੀ ਨਹੀਂ, ਸੰਸਾਰ ਦੇ ਲੋਕ ਵੀ ਗੁਰੂ ਨਾਨਕ ਦੇਵ ਜੀ ਨੂੰ ਚੇਤੇ ਕਰ ਕਰਕੇ ਉਸ ਦੀਆਂ ਸਿੱਖਿਆਵਾਂ ਨੂੰ, ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਇੱਕ ਵੀ ਸਿੱਖ ਪ੍ਰਮਾਤਮਾ ਦੀ ਕਿਰਪਾ ਨਾਲ ਗੁਰੂ ਤੋਂ ਸਿੱਖ ਕੇ ਲੈ ਲਈ ਤੇ ਉਸ ਦਾ ਬੇੜਾ ਪਾਰ ਹੋ ਗਿਆ। ਭਾਈ ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਉਸ ਦੀ ਮੱਤ ਦੇ ਵਿੱਚ, ਗੁਰਮੱਤ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਵਿੱਚ ਰਤਨਾਂ ਦੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਬਸ
ਇਹ ਸਮਝ ਲਓ ਕਿ ਕੋਈ ਅੰਦਾਜ਼ਾ ਨਹੀਂ। ਜਿਵੇਂ ਸਮੁੰਦਰ ਹੈ, ਸਮੁੰਦਰ ਅਥਾਹ ਸਾਗਰ ਹੈ, ਤੇ ਇਹ ਗੁਰੂ ਦੀ ਮੱਤ ਵੀ ਜਿਹੜੀ ਹੈ ਉਹ ਐਸੀ ਪ੍ਰਾਪਤ ਹੁੰਦੀ ਹੈ ਕਿ ਉਹ ਥਾਹ ਸਾਗਰ ਦਾ ਰੂਪ ਧਾਰਨ ਕਰ ਜਾਂਦੀ ਹੈ। ਸਾਡੇ ਗੁਰਮੁਖ ਪਿਆਰਿਆਂ ਦੇ ਹਿਰਦਿਆਂ ਦੇ ਵਿੱਚ ਅਨੇਕਾਂ ਰਤਨ, ਅਨੇਕਾਂ ਪਦਾਰਥ, ਅਨੇਕਾਂ ਜਵਾਹਰ, ਅਨੇਕਾਂ ਹੀ ਨੌਨਿਦਾਂ ਦੇ ਖਜ਼ਾਨੇ ਜਿਹੜੇ ਹੈ ਉਹ ਗੁਰਮੁਖ ਪਿਆਰਿਆਂ ਨੂੰ ਪ੍ਰਾਪਤ ਹੋ ਜਾਂਦੇ ਆ। ਤੋ ਸਾਧ ਸੰਗਤ ਜੀ, ਇਹ ਨਹੀਂ ਵਿਚਾਰਾ ਕਰਦਾ ਹੋਇਆ ਦਾਸ ਸ਼ਮਾ ਦਾ ਜਾਚਕ ਹੈ। ਗੁਰਬਾਣੀ ਦਾ ਵਿਚਾਰ ਕਰਦਿਆਂ ਹੋ ਸਕਦਾ ਹੈ ਕੋਈ ਅਨੇਕਾਂ त्रुटियां रह गई होण, क्योंकि गुरबाणी जिहड़ी आ था सागर है। असी तो एक बूंद है, छोटी जी बूंद की था पा सकती है। एक बारी कथा चो हुण मैं तुहानूं दस्सण लग्या है कि नमक दीयां दो डलियां समुंदर के किनारे ते बैठियां है। वो हुण वेख रही एक दूजे नाल पुछ रही भी ये समुंदर जिहड़ा किन्ना क डूंगा होऊगा, किन्ना क गहरा है, ये की कुछ है इहदे विच। हुण दूजी कहंदी भी आपां नूं तां पता नहीं, आपां तां जाके पता करिए तो फिर गल बनूगी। ਹੁਣ ਉਹ ਵਿਚਾਰਾਂ ਕਰੀ ਜਾਂਦੀਆਂ ਤੇ ਇੱਕ ਡਲੀ ਜਿਹੜੀ ਕਹਿਣ ਲੱਗੀ ਵੀ ਮੈਂ ਜਾਣੀ ਆ ਪਹਿਲਾਂ। ਉਹ ਡਲੀ ਨੇ ਮਾਰੀ ਛਾਲ, ਸਮੁੰਦਰ ਦੇ ਵਿੱਚ ਡਿੱਗ ਪਈ। ਉਹ ਸਮੁੰਦਰ ਦੇ ਵਿੱਚ ਡਿੱਗ ਪਈ ਤੇ ਸਮੁੰਦਰ ਦੇ ਵਿੱਚੋਂ ਪਤਾ ਨਹੀਂ ਲੱਗਿਆ ਵੀ ਉਹ ਕਿੱਥੇ ਗਈ। ਉਹ ਸਮੁੰਦਰ ਦੇ ਵਿੱਚ ਖੁਰ ਕੇ ਸਮੁੰਦਰ ਹੀ ਹੋ ਗਈ। ਹੁਣ ਦੂਜੀ ਬੈਠੀ ਉਡੀਕੀ ਜਾਂਦੀ ਆ, ਬਹੁਤ ਚਿਰ ਉਡੀਕਦੀ ਰਹੀ, ਬਹੁਤ ਚਿਰ ਉਡੀਕਦੀ ਰਹੀ। ਉਹਨੇ ਸੋਚਿਆ ਕਿ ਉਹ ਗਈ ਆ, ਮੈਂ ਵੀ ਚੱਲੀ। ਉਹਨੇ ਵੀ ਮਾਰੀ ਛਾਲ, ਉਹ ਵੀ ਜਾ ਕੇ ਸਮੁੰਦਰ ਦੇ ਵਿੱਚ ਡਿੱਗ ਪਈ। ਉਹ ਸਮੁੰਦਰ ਦੇ ਨਾਲ ਰਲ ਗਈ। ਉਹ ਸਮੁੰਦਰ ਤੇ ਉਹਦਾ ਇਹ ਨਹੀਂ ਪਤਾ ਵੀ ਇਹ ਸਮੁੰਦਰ ਹੈ ਕਿ ਡਲੀ ਹੈ, ਨਮਕ ਦੀ ਡਲੀ ਹੈ, ਕੋਈ ਪਤਾ ਨਹੀਂ। ਇਹੀ ਹਾਲ ਸਾਡਾ ਭਾਈ, ਅਸੀਂ ਤਾਂ ਇੱਕ ਸਮੁੰਦਰ ਦੀ ਬੂੰਦ ਹੈ। ਹਾਂ, ਗੁਰੂ ਕਿਰਪਾ ਕਰੇ ਤੇ ਸਮੁੰਦਰ ਦੇ ਵਿੱਚ ਸਾਨੂੰ ਮਿਲਾ ਦੇਵੇ, ਇਹ ਉਹਦੀ ਬਖਸ਼ਿਸ਼ ਹੈ। ਸਾਡੇ ਕੋਲ ਬਲ ਨਹੀਂ ਹੈ ਕੋਈ, ਉਹਦੇ ਕੋਲ ਕਿਰਪਾ ਹੈ, ਉਹਦੇ ਕੋਲ ਗੁਰ ਪ੍ਰਸਾਦ ਹੈ। ਗੁਰੂ ਸਾਹਿਬ ਨੇ ਕਿਹਾ ਨਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਸਾਰੀਆਂ ਸ਼ਕਤੀਆਂ ਜਿੰਨੀਆਂ ਵੀ ਨਾ ਗੁਰੂ ਨਾਨਕ ਦੇਵ ਜੀ ਨੂੰ ਦਿੱਤੀਆਂ ਸੀ, ਸਰਬ ਸ਼ਕਤੀਆਂ ਪਰਮਾਤਮਾ ਦੀਆਂ ਇੰਨੇ ਮੂਲ ਮੰਤਰ ਦੇ ਵਿੱਚ ਹੀ ਹੈ। ਤੇ ਇਹ ਮਿਲਦੀ ਹੈ, ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਕਿਹਾ ਭਾਈ ਗੁਰੂ ਦੀ ਕਿਰਪਾ ਨਾਲ ਹੈ, ਗੁਰੂ ਦੀ ਪ੍ਰਸ਼ਾਦ ਨਾਲ। ਜੇ ਕਿਤੇ ਗੁਰੂ ਨਦਰ ਸਵੱਲੀ ਕਰ ਦੇਵੇ ਤੇ ਇਹ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ। ਪਰਮਾਤਮਾ ਕਿਰਪਾ ਕਰਦਾ ਹੈ, ਆਪੇ ਨਾਮ ਦੇ ਦਿੰਦਾ, ਆਪੇ ਨਾਮ ਜਪਾ ਦਿੰਦਾ, ਆਪੇ ਆਪਣੇ ਨਾਲ ਬਾਂਹ ਫੜ ਕੇ ਮੇਲ ਲੈਂਦਾ, ਆਪਣੇ ਚਰਨਾਂ 'ਤੇ ਬਿਠਾ ਦਿੰਦਾ, ਆਪੇ ਆਸਨ ਦੇ ਦਿੰਦਾ, ਆਪੇ ਸਭ ਕੁਛ ਆਪੇ ਕਰ ਦਿੰਦਾ। ਬਸ ਸਾਨੂੰ ਇੱਕ ਲੋੜ ਪੈਂਦੀ ਹੈ ਉਹਦੀ ਸ਼ਰਨ ਹੋਣ ਦੀ, ਉਸ ਨੂੰ ਮੰਨ ਲੈਣ ਦੀ। ਜੇ ਅਸੀਂ ਮੰਨ ਲਿਆ ਤਾਂ ਸਾਡਾ ਬੇੜਾ ਪਾਰ ਹੋ ਗਿਆ। ਇੰਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।